ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 69 ਤੇ ਉੱਤੋਂ ਤੀਸਰੀ ਪੰਕਤੀ ਹੈ। ਰਹਾਉ। ਤੀਸਰੇ ਪਾਤਸ਼ਾਹ ਫਰਮਾਨ ਕਰਦੇ ਨੇ, ਹਰ ਜੀਉ ਰਾਖੋ ਆਪਣੀ ਸ਼ਰਨਾਈ, ਜਿਉਂ ਰਾਖੈਂ ਤਿਉਂ ਰਹਿਣਾ, ਗੁਰ ਕੈ ਸ਼ਬਦ ਜੀਵਤ ਮਰੈ, ਗੁਰਮੁਖ ਭਵਜਲ ਤਰਨਾ। ਹਰ ਜੀਉ, ਹੇ ਵਾਹਿਗੁਰੂ ਜੀਓ, ਰੱਖੋ ਆਪਣੀ ਸ਼ਰਨਾਈ, ਦਾਸ ਨੂੰ ਆਪਣੀ ਸ਼ਰਨ 'ਚ ਰੱਖੋ। ਜਿਉਂ ਰਾਖੈਂ ਤਿਉਂ ਰਹਿਣਾ, ਜਿਵੇਂ ਤੂੰ ਰੱਖੇਂਗਾ ਉਸ ਤਰ੍ਹਾਂ ਅਸੀਂ ਰਹਾਂਗੇ। ਗੁਰ ਕੈ ਸ਼ਬਦ ਜੀਵਤ ਮਰੈ, ਜਿਹੜਾ ਗੁਰੂ ਦੇ ਸ਼ਬਦ ਰਾਹੀਂ ਜਿਉਂਦਿਆਂ ਹੀ ਮਰ ਜਾਵੇ। ਜਿਉਂਦਿਆਂ ਮਰਨ ਤੋਂ ਭਾਵ ਹੈ ਹਰ ਪ੍ਰਕਾਰ ਦੀ ਬੁਰਾਈ ਨੂੰ ਤਿਆਗ ਦੇਣਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਤਿਆਗ ਦੇਣਾ, ਇਹ ਜਿਉਂਦੇ ਮਰਨਾ, ਕਿਉਂਕਿ ਇਹ ਬਹੁਤ ਔਖਾ ਕੰਮ ਹੈ। ਇਹੋ ਜਿਹਾ ਫਿਰ ਜਿਹੜਾ ਗੁਰਮੁਖ ਹੁੰਦਾ ਹੈ, ਭਵਜਲ ਤਰਨਾ, ਉਹ ਇਸ ਭਵ ਸਾਗਰ ਨੂੰ ਤਰ ਜਾਂਦਾ ਹੈ, ਉਹ ਇਸ ਸੰਸਾਰ ਸਮੁੰਦਰ ਨੂੰ ਤਰ ਜਾਂਦਾ ਹੈ, ਕਿਉਂਕਿ ਉਹ ਗੁਰਮੁਖ ਬਣ ਜਾਂਦਾ ਹੈ। ਗੁਰੂ ਦੇ ਸ਼ਬਦ ਦੇ ਰਾਹੀਂ ਫਿਰ ਆਪਣੇ ਅੰਦਰ ਸਾਰੀਆਂ ਬੁਰਾਈਆਂ ਖਤਮ ਕਰਨ ਦਾ। ਜਦੋਂ ਅੰਦਰ ਬੁਰਾਈ ਹੀ ਕੋਈ ਨਾ ਰਹੀ ਅਤੇ ਆਪਾਂ ਨਾਮ ਜਪੀ ਗਏ ਤਾਂ ਫਿਰ ਤਾਰੀ ਜਾਣਾ। ਬੁਰਾਈਆਂ ਹੀ ਸਾਨੂੰ ਡੋਬਦੀਆਂ ਨੇ, ਬੁਰਾਈਆਂ ਦਾ ਭਾਰ ਹੁੰਦਾ। ਹਰੂਏ ਹਰੂਏ ਤਿਰ ਗਏ, ਡੂਬੇ ਜਿਨ ਸਿਰ ਭਾਰ। ਭਾਰ ਕਾਹਦਾ? ਪਾਪਾਂ ਦਾ। ਜਿਨ੍ਹਾਂ ਦੇ ਸਿਰ 'ਤੇ ਪਾਪਾਂ ਦਾ ਭਾਰ ਸੀ, ਕਹਿੰਦੇ ਤਾਂ ਡੁੱਬ ਗਏ। ਜਿਹੜੇ ਹੌਲੇ ਸਨ, ਸਿਰ 'ਤੇ ਪਾਪਾਂ ਦਾ ਭਾਰ ਨਹੀਂ ਸੀ, ਉਹ ਕਹਿੰਦੇ ਤਰ ਗਏ। ਵੱਡਾ ਭਾਗ ਨਾਉ ਪਾਈਐ, ਗੁਰਮਤਿ ਸ਼ਬਦ ਸੁਹਾਈ, ਆਪੇ ਮਨ ਵਸਿਆ ਪ੍ਰਭ ਕਰਤਾ, ਸਹਿਜੇ ਰਿਹਾ ਸਮਾਈ। ਵੱਡਾ ਭਾਗ, ਵੱਡੇ ਭਾਗਾਂ ਨਾਲ ਨਾਉ ਪਾਈਏ। ਵੱਡੇ ਭਾਗਾਂ ਨਾਲ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਜੇ ਬੰਦਾ ਬਦਕਿਸਮਤ ਹੋਵੇ ਨਾ, ਇਹਨੂੰ ਨਾਮ ਦੀ ਪ੍ਰਾਪਤੀ ਹੀ ਨਹੀਂ ਹੁੰਦੀ। ਵੱਡੇ ਭਾਗਾਂ ਨਾਲ ਨਾਮ ਦੀ ਪ੍ਰਾਪਤੀ ਹੁੰਦੀ ਹੈ। ਗੁਰਮਤਿ ਸ਼ਬਦ ਸੁਹਾਈ, ਫਿਰ ਗੁਰੂ ਦੀ ਮੱਤ 'ਤੇ ਚੱਲ ਕੇ ਸ਼ਬਦ ਰਾਹੀਂ ਨਾਮ ਜਪ ਜਪ ਕੇ ਸੁਹਾਈ, ਮਨੁੱਖ ਆਪਣੇ ਜੀਵਨ ਨੂੰ ਸੁਹਾਵਣਾ ਬਣਾ ਲੈਂਦਾ ਹੈ। ਜੀਵਨ ਸੁਹਾਵਣੇ ਦੋ ਗੱਲਾਂ ਕਰਕੇ ਹੁੰਦਾ ਹੈ, ਇੱਕ ਬੁਰਾਈਆਂ ਦਾ ਤਿਆਗ ਕਰਕੇ, ਦੂਸਰਾ ਨਾਮ ਜਪ ਕੇ। ਕਿਉਂਕਿ ਕਈ ਵਾਰੀ ਕਹਿੰਦਾ ਵੀ ਚਲੋ ਜੀ ਬੁਰਾਈਆਂ ਨਹੀਂ ਕਰਨੀਆਂ ਚਾਹੀਦੀਆਂ, ਨਾਮ ਦੀ ਕੀ ਲੋੜ ਹੈ। ਇਹ ਤਾਂ ਠੀਕ ਹੈ, ਜਿਹੜਾ ਨਾਮ ਜਪਦਾ ਜਾਂ ਜਿਹੜਾ ਨਾਮ ਨਹੀਂ ਜਪਦਾ, ਉਹਨੂੰ ਬੁਰਾਈਆਂ ਤਾਂ ਤਿਆਗਣੀਆਂ ਹੀ ਚਾਹੀਦੀਆਂ ਨੇ। ਪਰ ਜੋ ਨਾਮ ਨਹੀਂ ਜਪਦਾ ਤਾਂ ਪਿਛਲੇ ਜਨਮਾਂ ਦੇ ਜਿਹੜੇ ਕਰਮ ਨੇ ਉਹ ਉਹਦੇ ਕੱਟਦੇ ਨਹੀਂ। ਉਹਨਾਂ ਕਰਮਾਂ ਕਾਰਨ ਉਹਦਾ ਜੀਵਨ ਫਿਰ ਦੁਖਦਾਈ ਹੋ ਜਾਂਦਾ ਹੈ। ਇਸ ਲਈ ਜਿੱਥੇ ਅਸੀਂ ਬੁਰਾਈਆਂ ਤਿਆਗਣੀਆਂ ਨੇ, ਉੱਥੇ ਨਾਮ ਵੀ ਜ਼ਰੂਰ ਜਪਣਾ, ਬਾਣੀ ਪੜ੍ਹਨੀ ਹੈ, ਨਾਮ ਜਪਣਾ, ਤਾਂ ਜੋ ਅਸੀਂ ਮਗਰਲੇ ਆਪਣੇ ਕਰਮਾਂ ਨੂੰ ਕੱਟ ਸਕੀਏ। ਫਿਰ ਕੀ ਹੁੰਦਾ? ਆਪੇ ਮਨ ਵਸਿਆ ਪ੍ਰਭ ਕਰਤਾ, ਸਹਿਜੇ ਰਿਹਾ ਸਮਾਈ। ਫਿਰ ਪਰਮਾਤਮਾ ਜਿਹੜਾ ਹੈ ਉਹ ਮਨ 'ਚ ਆ ਕੇ ਵਸ ਜਾਂਦਾ ਹੈ ਅਤੇ ਸਹਿਜੇ ਹੀ ਫਿਰ ਅੰਦਰ ਸਮਾਇਆ ਰਹਿੰਦਾ ਹੈ। ਇਕ ਨਾ ਮਨਮੁਖ ਸ਼ਬਦ ਨਾ ਭਾਵੈ, ਬੰਧਨ ਬੰਧ ਭਵਾਇਆ, ਲੱਖ 84 ਫਿਰ ਫਿਰ ਆਵੈ, ਬਿਰਥਾ ਜਨਮ ਗਵਾਇਆ। ਇਕ ਨਾ ਭਾਵ ਕਈਆਂ ਨੂੰ,
ਕਈ ਮਨਮੁਖਾਂ ਨੂੰ ਸ਼ਬਦ ਨਾ ਪਾਵੇ, ਪਰਮਾਤਮਾ ਦਾ ਨਾਮ ਚੰਗਾ ਹੀ ਨਹੀਂ ਲੱਗਦਾ। ਚੰਗਾ ਲੱਗਦਾ ਪਰਮਾਤਮਾ ਦਾ ਨਾਮ ਜਪਣਾ ਹੀ ਵਾਕਈ ਔਖਾ ਹੈ, ਕਿਉਂਕਿ ਚੰਗਾ ਨਹੀਂ ਲੱਗਦਾ। ਜਿਹੜੀ ਚੀਜ਼ ਆ ਸਾਨੂੰ ਚੰਗੀ ਨਹੀਂ ਲੱਗਦੀ, ਅਸੀਂ ਉਹ ਕਰਨ ਨੂੰ ਤਿਆਰ ਨਹੀਂ ਹੁੰਦੇ। ਲਾਹੌਰ 'ਚ ਛੱਜੂ ਭਗਤ ਹੋਏ ਨੇ ਪੰਚਮ ਪਾਤਸ਼ਾਹ ਦੇ ਜ਼ਮਾਨੇ 'ਚ। ਚਲੋ ਭਜਨ ਬੰਦਗੀ ਕਰਨ ਕਰਕੇ ਆਪਣੇ ਇਲਾਕੇ 'ਚ ਭਗਤ ਕਰਕੇ ਪ੍ਰਸਿੱਧ ਹੋ ਗਏ ਛੱਜੂ ਭਗਤ। ਇੱਕ ਦਿਨ ਉਹਨੇ ਦੁਪਹਿਰੇ ਬਾਜ਼ਾਰ 'ਚ ਕੋਈ ਕੰਮ ਸੀ, ਗਰਮੀਆਂ ਦਾ ਮੌਸਮ, ਉਹ ਬਾਜ਼ਾਰ 'ਚ ਨਿਕਲੇ ਨੇ। ਰਸਤੇ 'ਚ ਇੱਕ ਬਿਲਡਿੰਗ ਬਣ ਰਹੀ, ਮਜ਼ਦੂਰ ਪਸੀਨੋ ਪਸੀਨੀ ਧੁੱਪ 'ਚ ਹੋਏ ਨੇ। ਧਾਰਮਿਕ ਬੰਦਾ ਨਰਮ ਸੁਭਾਅ ਦਾ ਹੁੰਦਾ, ਦਿਆਲੂ ਹੁੰਦਾ। ਛੱਜੂ ਭਗਤ ਜੀ ਉਹਨਾਂ ਦੇ ਤਰਸ ਆ ਗਿਆ ਹੈ, ਉਹਨਾਂ ਕੋਲ ਖਲੋ ਗਏ। ਉਹਨਾਂ ਨੂੰ ਵੇਖ ਕੇ ਮਜ਼ਦੂਰ ਵੀ ਆ ਗਏ ਨੇ। ਭਗਤ ਜੀ ਕਹਿੰਦੇ, ਭਾਈ ਤੁਸੀਂ ਕਿੰਨੇ ਘੰਟੇ ਕੰਮ ਕਰਦੇ ਹੋ? ਕਹਿੰਦੇ ਜੀ ਸਵੇਰੇ ਸੂਰਜ ਚੜ੍ਹਨ ਤੋਂ ਲੈ ਕੇ ਦਿਨ ਛਿਪਣ ਤੱਕ। ਇਹ ਤਾਂ ਜਦੋਂ ਅੰਗਰੇਜ਼ ਆਏ ਨੇ ਫਿਰ ਇਹ 8 ਘੰਟੇ ਦੀ ਡਿਊਟੀ ਲੈ ਕੇ ਆਏ ਨੇ, ਨਹੀਂ ਤਾਂ ਪਹਿਲਾਂ ਇਸਤਰੀ ਹੁੰਦਾ ਸੀ। ਸਵੇਰ ਤੋਂ ਲੈ ਕੇ ਸ਼ਾਮ ਤੱਕ। ਅੱਛਾ, ਕਿੰਨੇ ਪੈਸੇ ਮਿਲਦੇ ਨੇ? ਕਹਿੰਦੇ ਜੀ 98, ਭਲੇ ਜ਼ਮਾਨੇ 50 ਪੈਸੇ 98 ਮਿਲਦੇ। ਕਹਿੰਦੇ ਵੀ ਮੈਂ ਵੀ ਕੰਮ ਕਰਾਉਣਾ, ਇੱਕ ਤਾਂ ਮੈਂ ਛਾਵੇਂ ਕੰਮ ਕਰਾਉਣਾ, ਇੱਕ ਸਿਰਫ 4 ਘੰਟੇ ਕੰਮ ਕਰਾਉਣਾ, ਅਤੇ ਮਜ਼ਦੂਰੀ 1 ਰੁਪਈਆ ਦੇਵਾਂਗਾ। ਛਾਵੇਂ ਕੰਮ ਕਰਾਊਂਗਾ, 4 ਘੰਟੇ ਕਰਾਵਾਂਗਾ, ਅਤੇ ਮਜ਼ਦੂਰੀ ਦੂਣੀ ਦੇਵਾਂਗੇ, 1 ਰੁਪਈਆ ਦੇਵਾਂਗੇ। ਆਓਗੇ? ਕਹਿੰਦੇ ਹਾਂਜੀ ਆ ਜਾਵਾਂਗੇ। ਇੱਕ ਛਾਵੇਂ ਕੰਮ ਕਰਨਾ, ਦੂਜਾ ਸਿਰਫ 4 ਘੰਟੇ ਕੰਮ ਕਰਨਾ। ਜਿਵੇਂ ਸਾਡੇ ਪਾਠੀ ਨੇ AC ਵਾਲੇ ਕਮਰੇ 'ਚ ਬੈਠੇ ਨੇ, 4 ਘੰਟੇ ਕੋਲ ਡਿਊਟੀ ਦੇਣੀ 24 ਘੰਟਿਆਂ 'ਚ, ਅਤੇ 12,000 ਰੁਪਏ ਮਹੀਨਾ ਅਸੀਂ ਉਹਨਾਂ ਨੂੰ ਤਨਖਾਹ ਦਿੰਦੇ ਹਾਂ। ਆ ਜਿਹੜਾ ਸਾਡਾ ਮਜ਼ਦੂਰ ਹੈ ਉਹ 8 ਘੰਟੇ ਧੁੱਪੇ ਕੰਮ ਕਰ ਦਿੰਦਾ, ਕਹੀ ਦਾ ਕੰਮ ਕਰਦਾ, ਕਦੇ ਕਸੇ ਦਾ ਕੰਮ ਕਰਦਾ, ਉਹਨੂੰ ਵੀ ਅਸੀਂ 12,000 ਰੁਪਏ ਮਹੀਨਾ ਦਿੰਦੇ ਹਾਂ। ਉਹ 8 ਘੰਟੇ ਕੰਮ ਕਰਦੇ, ਧੁੱਪੇ ਕਰਦੇ। ਸਾਡੇ ਪਾਰਟੀ ਨੇ 4 ਘੰਟੇ ਕੰਮ ਕਰਦੇ, ਛਾਵੇਂ ਕਰਦੇ, ਨਾਲੇ ਅਸੀਂ ਦੇ ਕਮਰੇ 'ਚ ਕਰਦੇ ਨੇ, ਅਸੀਂ ਨੂੰ 12,000 ਰੁਪਏ ਦਿੰਦੇ। ਤਾਂ ਸਵੇਰੇ ਆ ਗਏ ਜੀ, ਕਹਿੰਦੇ ਉਹ ਮੇਰਾ ਚੁਬਾਰਾ ਹੈ, ਉੱਥੇ ਆ ਜਾਓ। 15 ਮਜ਼ਦੂਰ ਆ ਗਏ। ਉਹ ਕਹਿੰਦੇ ਭਾਈ ਆ ਖੂਹੀ ਹੈ, ਇੱਥੇ ਆਪਣਾ ਮੂੰਹ ਹੱਥ ਧੋ ਲਓ, 5 ਇਸ਼ਨਾਨਾ ਕਰ ਲਓ। ਉਹਨੇ ਮੂੰਹ ਹੱਥ ਧੋ ਲਿਆ। ਕਹਿੰਦੇ ਚੁਬਾਰੇ ਚੱਲੋ। ਉਹਨਾਂ ਨੇ ਕਹਿਤਾ ਗੋਲ ਦਾਇਰਾ ਬਣਾ ਕੇ ਭੇਜੋ। ਉਹ ਗੋਲ ਦਾਇਰਾ ਬਣਾ ਕੇ ਬਹਿ ਗਏ। ਸਾਰਿਆਂ ਨੂੰ ਇੱਕ ਮਾਲਾ ਦੇਤੀ। ਛੱਜੂ ਭਗਤ ਜੀ ਕਹਿੰਦੇ ਸੁਣੋ ਬਈ, ਹੁਣ ਤੁਹਾਡੀ ਡਿਊਟੀ ਸ਼ੁਰੂ ਹੋਣ ਵਾਲੀ ਹੈ, ਠੀਕ ਹੈ? ਤੁਸੀਂ ਕਰਨਾ ਕੀ ਹੈ? ਇੱਕ ਦੂਜੇ ਵੱਲ ਵੇਖਣਾ ਨਹੀਂ, ਇੱਕ ਦੂਜੇ ਨਾਲ ਗੱਲ ਨਹੀਂ ਕਰਨੀ, ਬਸ ਹਰ ਮਣਕੇ ਨਾਲ ਰਾਮ ਰਾਮ ਮੂੰਹ 'ਚ ਕਰੀ ਜਾਣਾ। ਬਸ ਜਦੋਂ 4 ਘੰਟੇ ਹੋ ਗਏ ਤੁਹਾਨੂੰ 1 ਰੁਪਈਆ ਮਿਲ ਜਾਏਗਾ। ਚਲੋ ਜੀ ਲੱਗੇ ਕਰਨ। ਹੁਣ ਜਿਹਨਾਂ ਕਦੇ ਨਾਮ ਨਾ ਜਪਿਆ ਹੋਵੇ, ਕਿੱਥੇ ਰੁਚੀ ਹੈ? 15 ਕੁ ਮਿੰਟਾਂ 'ਚ ਹੀ ਉਕਤਾ ਗਏ, ਇੱਕ ਦੂਜੇ ਵੱਲ ਵੇਖਣ ਲੱਗ ਪਏ। ਭਗਤ ਜੀ ਕਹਿੰਦੇ ਦੇਖੋ ਭਾਈ, ਇੱਕ ਦੂਜੇ ਵੱਲ ਵੇਖਣਾ ਨਹੀਂ ਹੈ, ਕੋਈ ਗੱਲ ਨਹੀਂ ਕਰਨੀ, ਨਹੀਂ ਮੈਂ ਕੋਈ ਪੈਸਾ ਨਹੀਂ ਤੁਹਾਨੂੰ ਦੇਣਾ। 5 ਕੁ ਮਿੰਟ ਹੋਰ ਬਾਅਦ ਨਾ ਸਾਰੇ ਹੀ ਖੜ੍ਹੇ ਹੋ ਕੇ ਜਿਵੇਂ ਹੜਤਾਲ ਕਰਦੇ ਨੇ। ਭਗਤ ਜੀ ਕਹਿੰਦੇ ਕੀ ਹੋ ਗਿਆ? ਕਹਿੰਦੇ ਜੀ ਆ ਲਓ ਆਪਣੀ ਮਾਲਾ, ਅਸੀਂ ਨਹੀਂ ਰਾਮ ਰਾਮ ਕਰਨਾ, ਅਸੀਂ ਤਾਂ ਉੱਥੇ ਦਿਹਾੜੀ ਕਰਨ ਚੱਲੇ ਹਾਂ। ਇਹ ਹਰ ਇੱਕ ਦੇ ਵੱਸ ਦਾ ਨਹੀਂ ਹੈਗਾ। ਗੁਰਬਾਣੀ ਇਸ ਗੱਲ ਨੂੰ ਸਵੀਕਾਰ ਕਰਦੀ ਹੈ, ਆਖਣ ਔਖਾ ਸੱਚ। ਇਹ ਮਨੁੱਖ ਮਜ਼ਦੂਰੀ ਕਰ ਸਕਦਾ ਹੈ, ਇਹ ਧੁੱਪੇ ਮਿੱਟੀ ਘੱਟੇ 'ਚ ਕੰਮ ਕਰ ਸਕਦਾ ਹੈ, ਪਰ ਇਹ ਨਾਮ ਨਹੀਂ ਜਪ ਸਕਦਾ। ਇਸ ਲਈ ਕਹਿੰਦੇ ਇੱਕ ਨਾ ਮਨਮੁਖ ਸ਼ਬਦ ਨਾ ਭਾਵੈ। ਕਈ ਮਨਮੁਖਾਂ ਨੂੰ ਪਰਮਾਤਮਾ ਦਾ ਨਾਮ ਚੰਗਾ ਹੀ ਨਹੀਂ ਲੱਗਦਾ। ਬੰਧਨ ਬੰਧ ਪਵਾਇਆ,
ਫਿਰ ਉਹ ਮਾਇਆ ਦੇ ਬੰਧਨਾਂ 'ਚ ਬੱਝੇ ਹੋਏ, ਕਹਿੰਦਾ ਉਹਨਾਂ ਨੂੰ ਕਦੇ ਕਿਸੇ ਜੂਨੀ 'ਚ ਕਦੇ ਕਿਸੇ ਜੂਨੀ 'ਚ ਪੁਆਇਆ ਜਾਂਦਾ ਹੈ। ਉਹ ਬੰਧਨਾਂ 'ਚ ਵੱਝ ਜਾਂਦੇ ਨੇ। ਪਰਮਾਤਮਾ ਦੇ ਨਾਮ ਨੇ ਬੰਧਨਾਂ ਤੋਂ ਮੁਕਤ ਕਰਨਾ ਹੈ। ਨਾਮ ਉਹ ਜਪਦੇ ਨਹੀਂ, ਇਸ ਲਈ ਬੰਧਨਾਂ 'ਚ ਬੱਝੇ ਹੋਏ ਕਦੇ ਕਿਸੇ ਜੂਨੀ 'ਚ ਕਦੇ ਕਿਸੇ ਜੂਨੀ 'ਚ ਗੇੜੇ ਲਾਉਂਦੇ ਰਹਿੰਦੇ ਹਨ। 184 ਫਿਰ ਆਵੇ, ਬਿਰਥਾ ਜਨਮ ਗਵਾਇਆ। ਇਹ ਮਨੁੱਖ 84 ਲੱਖ ਜੂਨੀਆਂ ਫਿਰਦਾ ਰਹਿੰਦਾ ਹੈ, ਕਦੇ ਕਿਸੇ ਜੂਨੀ 'ਚ ਕਦੇ ਕਿਸੇ ਜੂਨੀ। ਬਿਰਥਾ ਜਨਮ ਗਵਾਇਆ, ਅਤੇ ਮਨੁੱਖਾ ਜੀਵਨ ਨੂੰ ਵਿਅਰਥ ਗਵਾ ਕੇ ਚਲਾ ਜਾਂਦਾ। ਆਇਆ ਸੀ ਨਾਮ ਜਪਣ, ਜਿਹੜੇ ਜਿਸ ਕੰਮ ਆਇਆ ਉਹ ਕੀਤੇ ਹੀ ਨਹੀਂ। ਤੁਸੀਂ ਆਪਣੇ ਬੱਚੇ ਨੂੰ ਸਕੂਲ ਭੇਜ ਦਿਓ, ਕਾਹਦੇ ਲਈ? ਪੜ੍ਹਨ ਲਈ। ਅਤੇ ਜੇ ਪੜ੍ਹੇ ਹੀ ਨਾ ਉੱਥੇ ਜਾ ਕੇ, ਤਾਂ ਫਿਰ ਇਹਦਾ ਮਤਲਬ ਵਿਅਰਥ ਹੀ ਗਿਆ ਨਾ ਉੱਥੇ। ਫਿਰ ਉਹਨੂੰ ਸਜ਼ਾ ਘਰ ਮਿਲਣੀ ਹੀ ਮਿਲਣੀ। ਟੀਚਰ ਨੇ ਵੀ ਸਜ਼ਾ ਦੇਣੀ ਹੈ, ਤੂੰ ਹੋਮਵਰਕ ਨਹੀਂ ਕੀਤਾ, ਅਤੇ ਮਾਂ ਪਿਓ ਨੇ ਵੀ ਸਜ਼ਾ ਦੇਣੀ ਹੈ, ਤੂੰ ਪੜ੍ਹਦਾ ਨਹੀਂ ਹੈਗਾ। ਐਂ ਫਿਰ ਜਿਹੜੇ ਨਾਮ ਨਹੀਂ ਜਪਦੇ, ਉਹਨਾਂ ਨੂੰ ਫਿਰ ਪਰਮਾਤਮਾ ਜਮਦੂਤਾਂ ਦੇ ਰਾਹੀਂ ਸਜ਼ਾ ਦਿੰਦਾ ਹੈ, ਅਤੇ ਫਿਰ ਨਖਿੱਧ ਜੂਨੀਆਂ 'ਚ ਭੇਜ ਦਿੰਦਾ, ਜਾਓ ਉੱਥੇ ਫਿਰੀ ਜੋ ਧੱਕੇ ਖਾਂਦੇ। ਅੱਗੇ ਕਹਿੰਦੇ ਭਗਤਾਂ ਮਨ ਆਨੰਦ ਹੈ। ਕਹਿੰਦੇ ਭਗਤਾਂ ਦੇ ਮਨ 'ਚ ਆਨੰਦ ਹੈ। ਕਿਉਂ ਹੈ ਬਈ? ਸੱਚੇ ਸ਼ਬਦ ਰੰਗ ਰਾਤੇ। ਸੱਚਾ ਹੁੰਦਾ ਪਰਮਾਤਮਾ ਦੇ, ਰੰਗ ਹੁੰਦਾ ਪਿਆਰ। ਸੱਚੇ ਸ਼ਬਦ ਹੁੰਦਾ ਨਾਮ। ਉਹ ਪਰਮਾਤਮਾ ਦੇ ਨਾਮ ਦੇ ਰੰਗ 'ਚ ਰੰਗੇ ਹੁੰਦੇ ਹਨ। ਨਾਮ ਜਪ ਜਪ ਕੇ ਉਹਨਾਂ ਨੂੰ ਨਾਮ ਦਾ ਰੰਗ ਚੜ੍ਹ ਜਾਂਦਾ, ਇਸ ਲਈ ਉਹ ਆਨੰਦ 'ਚ ਨੇ। ਭਗਤ ਇਸ ਲਈ ਆਨੰਦ 'ਚ ਹੈ ਕਿ ਪਰਮਾਤਮਾ ਦੇ ਨਾਮ 'ਚ ਰੰਗਿਆ ਹੁੰਦਾ ਹੈ। ਹਰ ਵਕਤ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ। ਅਣ ਦਿਨ ਗੁਣ ਗਾਵੇਂ ਸਦ ਨਿਰਮਲ, ਸਹਜੇ ਨਾਮ ਸਮਾਤੇ। ਉਹ ਦਿਨ ਰਾਤ ਪਰਮਾਤਮਾ ਜੋ ਕਿ ਪਵਿੱਤਰ ਹੈ, ਨਿਰਮਲ ਹੈ, ਉਹਦੇ ਗੁਣ ਗਾਉਂਦੇ ਰਹਿੰਦੇ ਨੇ। ਪਰਮਾਤਮਾ ਨਿਰਮਲ ਹੈ, ਤਾਂ ਹੀ ਗੁਰਬਾਣੀ ਨਿਰਮਲ ਤੇ ਸਭ ਨਿਰਮਲ ਹੋਵੇ। ਪਰਮਾਤਮਾ ਨਿਰਮਲ, ਉਹਦਾ ਨਾਮ ਨਿਰਮਲ। ਦੇਖੋ, ਸਾਫ਼ ਹੀ ਦੂਜੇ ਨੂੰ ਸਾਫ਼ ਕਰ ਸਕਦਾ ਹੈ, ਮੈਲਾ ਦੂਜੇ ਨੂੰ ਸਾਫ਼ ਨਹੀਂ ਕਰ ਸਕਦਾ। ਪਰਮਾਤਮਾ ਨਿਰਮਲ ਹੈ, ਉਹਦਾ ਨਾਮ ਨਿਰਮਲ ਹੈ। ਜਦੋਂ ਆਪਾਂ ਨਾਮ, ਮੈਂ ਕੱਲ੍ਹ ਕਿਹਾ ਸੀ ਕਿ ਜੋ ਪਰਮਾਤਮਾ ਵਿੱਚ ਗੁਣ ਹਨ, ਉਹੀ ਉਸਦੇ ਨਾਮ ਵਿੱਚ ਗੁਣ ਹਨ। ਜੋ ਪਰਮਾਤਮਾ ਵਿੱਚ ਸ਼ਕਤੀਆਂ ਹਨ, ਉਹੀ ਉਸਦੇ ਨਾਮ ਵਿੱਚ ਸ਼ਕਤੀਆਂ ਹਨ। ਜੋ ਪਰਮਾਤਮਾ ਕਾਰਜ ਕਿਸੇ ਦੇ ਸਵਾਰਦ ਹੈ, ਉਹੀ ਉਸਦਾ ਨਾਮ ਸਵਾਰਦਾ ਹੈ। ਇਸ ਲਈ ਪਰਮਾਤਮਾ ਨਿਰਮਲ, ਉਹਦਾ ਨਾਮ ਨਿਰਮਲ। ਜਦੋਂ ਅਸੀਂ ਉਹਦਾ ਨਾਮ ਜਪਾਂਗੇ, ਸਾਡੇ ਅੰਦਰਲੀ ਸਾਰੀ ਮੈਲ ਹੌਲੀ ਹੌਲੀ ਲਹਿ ਜਾਵੇਗੀ। ਸਰੋਵਰਾਂ 'ਚ ਇਸ਼ਨਾਨ ਕਰਨ ਨਾਲ ਆਤਮਿਕ ਮੈਲ, ਅੰਦਰਲੀ ਮੈਲ ਨਹੀਂ ਲੈਂਦੀ। ਹਾਂ, ਬਿਮਾਰੀਆਂ ਕਈ ਹਟ ਜਾਂਦੀਆਂ। ਕਈ ਬਿਮਾਰੀਆਂ ਸਰੋਵਰ 'ਚ ਇਸ਼ਨਾਨ ਕਰਨ ਨਾਲ ਹਟ ਜਾਂਦੀਆਂ ਨੇ। ਕਈ ਤੁਹਾਡੇ ਕਾਰਜ ਵੀ ਰਾਸ ਹੈ, ਤੁਸੀਂ ਸੁਖਿਆ ਮੇਰਾ ਕੰਮ ਹੋ ਜਾਏ ਜੀ, ਮੈਂ 11 ਵਾਰੀ ਇੱਥੇ ਆ ਕੇ ਨਹਾਵਾਂਗਾ, ਪ੍ਰਪੰਚਵੀ ਨੂੰ ਇਹ ਹੈ ਉਹ ਹੈ, ਉਹ ਹੋਰ ਗੱਲ ਹੈ। ਪਰ ਸਰੋਵਰ 'ਚ ਨਹਾ ਕੇ ਤੁਹਾਡਾ ਮਨ ਜਿਹੜਾ ਹੈ ਉਹ ਨਿਰਮਲ ਨਹੀਂ ਹੋਵੇਗਾ, ਚਾਹੇ ਸਾਰੀ ਉਮਰ ਨਹਾਈ ਜਾਓ, ਉਹ ਨਹੀਂ ਨਿਰਮਲ ਹੁੰਦਾ। ਉਹ ਨਾਮ ਜਪ ਕੇ ਹੀ ਹੋਣਾ। ਹਾਂ, ਉਂਝ ਸਰੋਵਰ 'ਚ ਨਹਾਉਣ ਦਾ ਲਾਭ ਹੀ ਲਾਭ ਹੈ, ਕੋਈ ਨੁਕਸਾਨ ਨਹੀਂ, ਕੋਈ ਵਿਅਰਥ ਨਹੀਂ ਹੈ। ਸਰੋਵਰਾਂ 'ਚ ਇਸ਼ਨਾਨ ਕਰਨਾ ਲਾਭ ਹੈ, ਕਿਉਂਕਿ ਉਸ ਪਾਣੀ ਦੇ ਵਿੱਚ ਬਾਣੀ ਸਿਮਰਨ ਘੁਲਿਆ ਹੁੰਦਾ ਹੈ, ਕੀਰਤਨ ਘੁਲਿਆ ਹੁੰਦਾ ਹੈ। ਜਿਸ ਪਾਣੀ 'ਚ ਨਾਮ ਘੁਲਿਆ ਹੋਵੇ, ਜਿਸ ਪਾਣੀ 'ਚ ਬਾਣੀ ਘੁਲੀ ਹੋਵੇ, ਉਹ ਪਾਣੀ ਸ਼ਕਤੀਸ਼ਾਲੀ ਹੋ ਜਾਂਦਾ ਹੈ, ਇਹ 'ਚ ਕੋਈ ਸ਼ੱਕ ਨਹੀਂ ਹੈ। ਹੁਣ ਕਈਆਂ ਨੂੰ ਅਸੀਂ ਜਿਹੜਾ ਹੈ ਪਾੜ ਦਿੰਦੇ ਹਾਂ, ਉਹਨਾਂ ਨੂੰ ਕੋਈ ਬਿਮਾਰੀ ਹੈ, ਕੋਈ ਹੋਰ ਗੱਲ ਹੈ, ਅਸੀਂ ਉਹਨੂੰ ਕਿਹਾ ਭਈ ਆਹ ਜਲ ਰੱਖ ਲੈ, ਜਲ ਵੱਲ ਮੂੰਹ ਕਰਕੇ ਤੂੰ ਆਹ ਪਾਠ ਕਰਨਾ। ਪਾਠ ਕਰਕੇ ਫਿਰ ਤੂੰ ਫਲਾਣੇ ਗੁਰੂ ਨੂੰ ਬੇਨਤੀ ਕਰਨੀ ਹੈ ਜੀ ਮੈਨੂੰ ਤੰਦਰੁਸਤੀ ਬਖਸ਼ੋ, ਫਿਰ ਉਹ ਤੂੰ ਪਾਣੀ ਪੀ ਲੈਣਾ।
ਕਿਉਂਕਿ ਬਾਣੀ ਪਾਣੀ 'ਚ ਪ੍ਰਵੇਸ਼ ਕਰ ਗਈ। ਜਦੋਂ ਬਾਣੀ ਅੰਦਰ ਗਈ ਪਰ ਉਹਦੇ ਰਾਹੀਂ ਪਾਣੀ ਰਾਹੀਂ ਉਸ ਪਾਣੀ ਨੇ ਸਮੱਸਿਆ ਹੱਲ ਕਰਨੀ ਸ਼ੁਰੂ ਕਰ ਦੇ। ਸਰੋਵਰ ਵੀ ਜਿਹੜਾ ਹੈ ਉਹਨਾਂ ਦੇ ਜਾਂ ਤਾਂ ਗੁਰਦੁਆਰਿਆਂ ਦੇ ਕੰਢਿਆਂ 'ਤੇ ਨੇ ਜਾਂ ਗੁਰਦੁਆਰੇ ਸਰੋਵਰਾਂ ਦੇ ਵਿੱਚ ਨੇ, ਅਤੇ ਗੁਰਦੁਆਰੇ 'ਚ ਹਰ ਵਕਤ ਕਥਾ ਕੀਰਤਨ ਹੁੰਦਾ ਰਹਿੰਦਾ ਹੈ। ਉਹ ਜਿਹੜਾ ਨਾਮ ਹੈ ਉਹ ਪਾਣੀ 'ਚ ਪ੍ਰਵੇਸ਼ ਕਰਕੇ ਪਾਣੀ ਦੇ ਸੁਭਾਅ ਨੂੰ ਬਦਲ ਦਿੰਦਾ। ਜਦੋਂ ਪਾਣੀ ਦੇ ਸੁਭਾਅ ਨੂੰ ਬਦਲਿਆ ਹੋਇਆ ਸੁਭਾਅ ਵਾਲਾ ਪਾਣੀ ਜਿਹੜਾ ਮਨੁੱਖ ਚੂਲੇ ਹੀ ਭਰਦਾ, ਉਹਦਾ ਵੀ ਹੌਲੀ ਹੌਲੀ ਸੁਭਾਅ ਬਦਲ ਜਾਂਦਾ। ਆਹ ਫਾਇਦਾ ਹੈ। ਬਾਕੀ ਜਿਸ ਤੱਕ ਮਨ ਨਿਰਮਲ ਹੋਣ ਦਾ ਸੰਬੰਧ ਹੈ ਉਹ ਪਰਮਾਤਮਾ ਦੇ ਨਾਮ ਨਾਲ ਹੀ ਹੋਏਗਾ। ਹਾਂ, ਤੁਸੀਂ ਨਾਮ ਜਪ ਕੇ ਬਾਣੀ ਪੜ੍ਹ ਕੇ ਉਹ ਪਾਣੀ ਪੀਤਾ ਤਾਂ ਉਹ ਜਿਹੜੀ ਬਾਣੀ ਅੰਦਰ ਗਈ ਹੈ ਉਹਨੇ ਤੁਹਾਨੂੰ ਨਿਰਮਲ ਕਰਨਾ ਹੈ, ਨਿਰੇ ਪਾਣੀ ਨੇ ਨਹੀਂ ਕਰਨਾ। ਜਿਸ ਪਾਣੀ 'ਤੇ ਕੋਈ ਬਾਣੀ ਨਹੀਂ ਪੜ੍ਹੀ ਗਈ ਉਸ ਪਾਣੀ ਨੇ ਤੁਹਾਡੇ ਮਨ ਨੂੰ ਸਾਫ਼ ਨਹੀਂ ਕਰਨਾ, ਉਹਨੇ ਤੁਹਾਡੇ ਸਰੀਰ ਨੂੰ ਸਿਰਫ ਤੁਸੀਂ ਦਰਿਆ 'ਤੇ ਜਾ ਕੇ ਨਹਾ ਲਿਆ, ਟੂਟੀ ਹੇਠਾਂ ਨਹਾ ਲਿਆ, ਪੰਪ ਹੇਠਾਂ ਨਹਾ ਲਿਆ, ਖੂਹ 'ਤੇ ਜਾ ਕੇ ਨਹਾ ਲਿਆ, ਉਹ ਤੁਹਾਡੇ ਸਰੀਰ ਨੂੰ ਸਾਫ਼ ਕਰੇਗਾ। ਪਰ ਜੇ ਤੁਸੀਂ ਮਨ ਨੂੰ ਸਾਫ਼ ਕਰਨਾ ਤੁਹਾਨੂੰ ਬਾਣੀ ਪੜ੍ਹਨੀ ਪਏਗੀ ਜਾਂ ਸਿਮਰਨ ਕਰਨਾ ਪਏਗਾ ਜਾਂ ਨਾਮ ਬਾਣੀ ਵਾਲਾ ਪਾਣੀ ਪੀਣਾ ਪਵੇਗਾ। ਹੁਣ ਜਦੋਂ ਦਸਮ ਪਾਤਸ਼ਾਹ ਨੇ ਅੰਮ੍ਰਿਤ ਛਕਾਇਆ, ਉਹਨਾਂ ਜਿਹੜਾ ਜਲ ਲਿਆ ਸਤਲੁਜ ਦਰਿਆ ਦਾ, ਉਹਦੇ 'ਚ ਪਤਾਸੇ ਪਾਏ, ਉਹ ਖੰਡੇ ਨਾਲ ਘੋਲਣੇ ਸ਼ੁਰੂ ਕਰਤੇ। ਠੀਕ ਹੈ, ਜੇ ਉਹ ਬਾਣੀ ਨਾ ਪੜ੍ਹਦੇ ਸਿਰਫ ਖੰਡੇ ਨਾਲ ਘੋਲਦੇ ਰਹਿੰਦੇ ਤਾਂ ਉਹ ਸ਼ਰਬਤ ਹੋ ਜਾਣਾ ਸੀ। ਉਸ ਸ਼ਰਬਤ ਨੂੰ ਅੰਮ੍ਰਿਤ ਕਿਸ ਨੇ ਬਣਾਇਆ? 5 ਬਾਣੀਆਂ ਨੇ। ਜਦੋਂ 5 ਬਾਣੀਆਂ ਉਹਨਾਂ ਟਿਕੀ ਲਾ ਕੇ ਪਾਣੀ ਵੱਲ, ਦਸਮ ਪਾਤਸ਼ਾਹ ਪਾਣੀ ਵੱਲ ਟਿਕੀ ਲਾ ਕੇ ਵੇਖੀ ਗਏ ਅਤੇ ਮੂੰਹੋਂ ਬਾਣੀ ਪੜ੍ਹਦੇ ਗਏ ਅਤੇ ਖੰਡਾ ਫੇਰਦੇ ਗਏ ਪਾਣੀ। ਉਹ ਬਾਣੀ ਜਿਹੜੀ ਸੀ ਪਾਣੀ 'ਚ ਪ੍ਰਵੇਸ਼ ਕਰ ਗਈ। ਉਸ ਪਾਣੀ ਦਾ ਸੁਭਾਅ ਬਦਲ ਕੇ ਸ਼ਰਬਤ ਤੋਂ ਉਸ ਨੂੰ ਅੰਮ੍ਰਿਤ ਬਣਾ ਦਿੱਤਾ ਅਤੇ ਫਿਰ ਜਿਹੜਾ ਅੰਮ੍ਰਿਤ ਪੀ ਵੀ ਗਿਆ ਉਹ ਬਦਲੀ ਗਿਆ। ਤਾਂ ਹੀ ਮੈਂ ਕਈ ਵਾਰੀ ਕਹਿੰਦਾ ਕਿ ਪਰਿਵਾਰ ਦਾ ਕੋਈ ਵੀ ਜੀਅ ਹੈ, ਅਗਰ ਉਹਨੂੰ ਭਜਨ ਬੰਦਗੀ ਆਉਂਦੀ ਹੈ, ਕੋਈ ਨਿਤਨੇਮ ਆਉਂਦਾ ਹੈ, ਕੋਈ ਹੋਰ ਪਾਠ ਆਉਂਦਾ ਹੈ, ਉਹ ਆਪਣੇ ਸਾਹਮਣੇ ਬਾਟੀ 'ਚ ਜਲ ਰੱਖ ਲਓ, ਜਲ ਵੱਲ ਨੂੰ ਮੂੰਹ ਕਰਕੇ ਉਹ ਨਿਤਨੇਮ ਕਰੇ। ਜਲ ਵੱਲ ਨੂੰ ਮੂੰਹ ਕਰਕੇ ਜੇ ਸੁਖਨੀ ਸਦਾ ਪਾਠ ਕਰਦਾ ਸੁਖਨੀ ਸਦਾ ਪਾਠ ਕਰੇ, ਜੇ ਕੋਈ ਹੋਰ ਪਾਠ ਕਰਦਾ ਜਲ ਵੱਲ ਮੂੰਹ ਕਰਕੇ ਉਹ ਹੋਰ ਪਾਠ ਕਰੇ। ਉਹ ਫਿਰ ਜਿਹੜਾ ਹੈ ਜਿਹਦਾ ਵੀ ਪਾਠ ਕੀਤਾ ਉਸ ਗੁਰੂ ਮਹਾਰਾਜ ਨੇ ਬੇਨਤੀ ਕਰਨੀ, ਸੱਚੇ ਪਾਤਸ਼ਾਹ ਪਰਿਵਾਰ ਦਾ ਭਲਾ ਕਰਨਾ, ਪਰਿਵਾਰ ਨੂੰ ਨਾਮ ਬਾਣੀ ਨਾਲ ਜੋੜਨਾ ਹੈ। ਫਿਰ ਭਾਈ ਜੇ ਪਰਿਵਾਰ ਦੀ ਜੀ ਚਾਹ ਪੀਂਦੇ ਨੇ ਉਹਦੀ ਚਾਹ ਬਣਾ ਕੇ ਪੀ ਲਓ, ਨਹੀਂ ਪੀਂਦੇ ਵੈਸੇ 2-2 ਘੁੱਟ ਜਲ ਪੀ ਲਓ। ਹੌਲੀ ਹੌਲੀ ਇਸ ਤਰ੍ਹਾਂ ਕਰਦੇ ਪਰਿਵਾਰ ਦੇ ਜੀਅ ਆਪੇ ਹੀ ਆਸਤਕ ਹੋ ਜਾਣਗੇ, ਆਪੇ ਹੀ ਭਜਨ ਬੰਦਗੀ ਕਰਨ ਲੱਗ ਜਾਣਗੇ, ਕਿਉਂਕਿ ਉਹਨਾਂ ਦੇ ਅੰਦਰ ਪਾਣੀ ਰਾਹੀਂ ਬਾਣੀ ਚਲੀ ਗਈ ਹੈ ਅਤੇ ਬਾਣੀ ਨੇ ਫਿਰ ਆਪਣਾ ਅਸਰ ਕਰਨਾ ਹੀ ਕਰਨਾ ਹੈ। ਸੋ ਗੁਰੂ ਮਹਾਰਾਜ ਕਹਿੰਦੇ, ਅਣ ਦਿਨ ਗੁਣ ਗਾਵੇਂ ਸਦ ਨਿਰਮਲ ਭਗਤ, ਜਿਹਨੇ ਦਿਨ ਰਾਤ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਹਨ, ਸਹਿਜੇ ਨਾਮ ਸਮਾਤੇ ਅਤੇ ਸਹਿਜੇ ਨਾਮ ਦੇ ਵਿੱਚ ਲੀਨ ਰਹਿੰਦੇ ਨੇ, ਪਰ ਨਾਮ ਜਪਦੇ ਰਹਿੰਦੇ ਨੇ। ਗੁਰਮੁਖ ਅੰਮ੍ਰਿਤ ਬਾਣੀ ਬੋਲੇ, ਸਭ ਆਤਮ ਰਾਮ ਪਛਾਣੀ, ਏਕੋ ਸੇਵਨ ਏਕ ਅਰਧ, ਗੁਰਮੁਖ ਅਕਥ ਕਹਾਣੀ। ਜਿਹੜੇ ਗੁਰਮੁਖ ਹੁੰਦੇ ਨੇ, ਗੁਰਮੁਖ ਅੰਮ੍ਰਿਤ ਬਾਣੀ ਬੋਲੇ, ਉਹ ਅੰਮ੍ਰਿਤਮਈ ਬਾਣੀ ਬੋਲਦੇ ਹਨ। ਉਹ ਐਸੀ ਬਾਣੀ ਬੋਲਦੇ ਨੇ ਜਿਹੜਾ ਬੰਦਾ ਸੁਣਦਾ ਪੜ੍ਹਦਾ ਉਹ ਵੀ ਅਮਰ ਹੋ ਜਾਂਦਾ ਹੈ। ਅੰਮ੍ਰਿਤ ਬਾਣੀ ਹੈ ਨਾ, ਜਿਸ ਬਾਣੀ ਦੀ ਅਸੀਂ ਵਿਚਾਰ ਕਰ ਰਹੇ ਹਾਂ, ਇਹ ਗੁਰਮੁਖਾਂ ਦੀ ਉਚਾਰਨ ਕੀਤੀ ਹੋਈ। ਗੁਰਮੁਖ ਦੇ ਅੱਡ-ਅੱਡ ਸਮੇਂ 'ਤੇ ਅੱਡ-ਅੱਡ ਅਰਥ ਨੇ। ਕਿਤੇ ਗੁਰਮੁਖ ਸ਼ਬਦ ਪਰਮਾਤਮਾ ਲਈ ਵਰਤਿਆ ਗਿਆ, ਕਿਤੇ ਗੁਰਮੁਖ ਸ਼ਬਦ ਗੁਰੂ ਲਈ ਵਰਤਿਆ ਗਿਆ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ, ਉੱਥੇ ਗੋਰੀਸ਼ਰ ਗੁਰ ਗੋਰਖ ਬ੍ਰਹਮ ਗੁਰ ਪਾਰਵਤੀ ਮਾਈ, ਉੱਥੇ ਗੁਰੂ ਲਈ ਵਰਤਿਆ ਗਿਆ ਹੈ। ਕਿਤੇ ਗੁਰਮੁਖ ਜਿਹੜਾ ਗੁਰੂ ਦੇ ਆਖੇ ਲੱਗਦਾ ਹੈ ਉਹਦੇ ਲਈ ਵਰਤਿਆ ਗਿਆ ਹੈ। ਸੋ ਜੋ ਗੁਰਮੁਖ ਨੇ,
ਜਦੋਂ ਕੋਈ ਵੀ ਮਨੁੱਖ ਗੁਰਮੁਖ ਹੋ ਜਾਂਦਾ ਹੈ ਉਹ ਗੁਰੂ ਰੂਪ ਹੋ ਜਾਂਦਾ ਹੈ, ਉਹ ਗੁਰੂ ਰੂਪ ਹੋ ਜਾਂਦਾ ਹੈ। ਦਸਮ ਪਾਤਸ਼ਾਹ ਕਹਿੰਦੇ ਵੀ ਜਿਹੜਾ ਮੇਰਾ ਖਾਲਸਾ ਹੈ ਉਹ ਮੇਰਾ ਹੀ ਰੂਪ ਹੈ। ਭਾਵ ਖਾਲਸੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ, ਮੇਰੇ ਤੇ ਪਰਮਾਤਮਾ 'ਚ ਕੋਈ ਫਰਕ ਨਹੀਂ। ਖਾਲਸੇ ਵਿੱਚ ਤੇ ਮੇਰੇ ਵਿੱਚ ਤੇ ਪਰਮਾਤਮਾ 'ਚ ਕੋਈ ਫਰਕ ਨਹੀਂ। ਇਹਦੇ ਬਾਅਦ ਤਿੰਨੋਂ ਇੱਕੋ ਰੂਪ ਹੋ ਗਏ ਕਿ ਨਹੀਂ? ਕਿਵੇਂ ਹੋਏ? ਨਾਮ ਜਪ ਜਪ ਕੇ ਤੇ ਆਖੇ ਲੱਗ ਕੇ। ਜਿਹੜਾ ਵੀ ਸਿੱਖ ਗੁਰਬਾਣੀ, ਹੁਣ ਸਾਡਾ ਗੁਰੂ ਬਾਣੀ ਹੈ, ਜਿਹੜਾ ਵੀ ਸਿੱਖ ਆਪਣਾ ਜੀਵਨ ਗੁਰਬਾਣੀ ਅਨੁਸਾਰ ਜਿਉਂਦਾ ਹੈ, ਵੱਧ ਤੋਂ ਵੱਧ ਭਜਨ ਬੰਦਗੀ ਕਰਦਾ, ਉਹਨੇ ਵੀ ਇੱਕ ਦਿਨ ਗੁਰਮੁਖ ਹੋ ਜਾਣਾ ਹੈ। ਉਹਦੀ ਰਸਨਾ 'ਤੇ ਵੀ ਰੱਬ ਨੇ ਬਹਿ ਜਾਣਾ, ਜੋ ਬੋਲੀ ਜਾਏਗਾ ਉਹ ਸੱਚ ਹੋਈ ਜਾਏਗਾ। ਸੋ ਗੁਰਮੁਖਾਂ ਦੀ ਬਾਣੀ ਅੰਮ੍ਰਿਤਮਈ ਹੁੰਦੀ ਹੈ। ਕਿਉਂ ਹੁੰਦੀ ਹੈ? ਸਭ ਆਤਮ ਰਾਮ ਪਛਾਣੇ। ਉਹ ਸਾਰਿਆਂ 'ਚ ਪਰਮਾਤਮਾ ਨੂੰ ਜਾਣਦੇ ਹਨ। ਉਹਨਾਂ ਨੂੰ ਸਾਰਿਆਂ ਦੇ ਵਿੱਚ ਪਰਮਾਤਮਾ, ਆਤਮ ਰਾਮ ਪਰਮਾਤਮਾ ਨੂੰ ਕਹਿੰਦੇ। ਉਹ ਹਰ ਇੱਕ ਦੇ ਵਿੱਚ ਉਹਨਾਂ ਨੂੰ ਪਰਮਾਤਮਾ ਵਿਖਾਈ ਦਿੰਦਾ ਹੈ। ਏਕੋ ਸੇਵਨ, ਉਹ ਇੱਕ ਪਰਮਾਤਮਾ ਦਾ ਹੀ ਸਿਮਰਨ ਕਰਦੇ ਹਨ। ਏਕ ਅਰਾਧਨਾ, ਇੱਕ ਪਰਮਾਤਮਾ ਦੀ ਹੀ ਅਰਾਧਨਾ ਕਰਦੇ ਹਨ। ਗੁਰਮੁਖ ਅਕਥ ਕਹਾਣੀ, ਗੁਰਮੁਖਾਂ ਦੀ ਕਹਾਣੀ ਦਾ ਕੀਤੀ ਹੀ ਨਹੀਂ ਜਾ ਸਕਦੀ। ਉਹਨਾਂ ਦੀ ਅਵਸਥਾ ਦੇ ਵਰਣਨ ਹੀ ਨਹੀਂ ਕੀਤੀ ਜਾ ਸਕਦੀ। ਗੁਰੂ ਦੀ ਅਵਸਥਾ ਨੂੰ ਕੋਈ ਵਰਣਨ ਨਹੀਂ ਕਰ ਸਕਦਾ, ਅਤੇ ਜਿਹੜਾ ਗੁਰੂ ਵਰਗਾ ਹੋ ਜਾਏ ਉਹ ਗੁਰਮੁਖ ਹੈ, ਉਹਦੀ ਅਵਸਥਾ ਦਾ ਵੀ ਕੋਈ ਵਰਣਨ ਨਹੀਂ ਕਰ ਸਕਦਾ। ਸੱਚਾ ਸਾਹਿਬ ਸੇਵੀਏ, ਗੁਰਮੁਖ ਵਸੈ ਮਨ ਆਏ, ਸਦਾ ਰੰਗ ਰਾਤੇ ਸੱਚ ਸਿਉ, ਆਪਣੀ ਕਿਰਪਾ ਕਰੇ ਮਿਲਾਏ। ਸੱਚਾ ਸਾਹਿਬ ਸੇਵੀਏ, ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ। ਫਿਰ ਕੀ ਹੁੰਦਾ? ਜਿਹੜਾ ਗੁਰਮੁਖ ਹੁੰਦਾ ਵਸੈ ਮਨ, ਉਹਦੇ ਮਨ 'ਚ ਪਰਮਾਤਮਾ ਆ ਕੇ ਵਸ ਜਾਂਦਾ ਹੈ। ਜਦੋਂ ਆਪਾਂ ਸਿਮਰਨ ਕਰੀ ਗਏ, ਵੱਧ ਤੋਂ ਵੱਧ ਕਰੀ ਗਏ, ਹਰ ਸਮੇਂ ਕਰੀ ਗਏ, ਸਾਡਾ ਧਿਆਨ ਬੁਰਾਈ ਵੱਲ ਜਾਵੇਗਾ ਨਹੀਂ, ਕਿਉਂਕਿ ਮਨ ਵਿਹਲਾ ਹੀ ਨਹੀਂ ਹੈ। ਜਦੋਂ ਤੁਸੀਂ ਵਾਹਿਗੁਰੂ ਵਾਹਿਗੁਰੂ ਕਰ ਰਹੇ ਹੋ, ਵਾਹਿਗੁਰੂ ਕਹਿ ਰਹੇ ਹੋ, ਉਹਦੇ ਵੱਲ ਧਿਆਨ ਰੱਖੋ। ਵਾਹਿਗੁਰੂ ਐਂ ਕਹੋ, ਵਾਹਿਗੁਰੂ ਵਾਹ ਵਾਹ ਹਾ ਗਗਰ ਹਰ, ਵਾਹਿਗੁਰੂ ਸ਼ਬਦ ਵੱਲ ਹੀ ਧਿਆਨ ਰੱਖੋ, ਤੁਹਾਡਾ ਕਿਤੇ ਹੋਰ ਧਿਆਨ ਨਹੀਂ ਜਾਏਗਾ। ਜਦ ਤੁਸੀਂ ਉਹੀ ਵਾਹਿਗੁਰੂ ਵਾਹਿਗੁਰੂ ਕਰ ਰਹੇ ਹੋ, ਧਿਆਨ ਫਿਰੀ ਜਾ ਕੇ ਗੜੇ ਲਾਉਂਦਾ ਹੋਏ। ਜਦੋਂ ਤੁਸੀਂ ਵਾਹਿਗੁਰੂ ਸ਼ਬਦ ਵੱਲ ਧਿਆਨ ਰੱਖੋਗੇ, ਫਿਰ ਨਹੀਂ ਕਿਤੇ ਜਾਏਗਾ ਧਿਆਨ। ਮੰਨ ਲਓ ਤੁਸੀਂ ਬਾਣੀ ਪੜ੍ਹ ਰਹੇ ਹੋ, ਜਿਵੇਂ ਛੋਟੇ ਬੱਚੇ ਜੋੜ ਕੇ ਬਾਣੀ ਪੜ੍ਹਦੇ, ਸਪੈਲਿੰਗ ਵੇਖ ਕੇ। ਅਗਰ ਤੁਸੀਂ ਜੋੜ ਕੇ ਬਾਣੀ ਪੜ੍ਹੋਗੇ, ਤੁਹਾਡਾ ਧਿਆਨ ਕਿਤੇ ਜਾ ਹੀ ਨਹੀਂ ਸਕਦਾ, ਉੱਥੇ ਹੀ ਟਿਕ ਜਾਏਗਾ। ਕਿਉਂ? ਤੁਹਾਡਾ ਧਿਆਨ ਉਹ ਜੋੜ ਕੇ ਪੜ੍ਹਨ ਵੱਲ ਹੋ ਜਾਏਗਾ, ਪਾਠ ਬਿਲਕੁਲ ਸ਼ੁੱਧ ਹੋ ਜਾਏਗਾ। ਅਸੀਂ ਜੋੜੇ ਬਿਨਾਂ ਹੀ ਪੜ੍ਹ ਕਰੀ ਜਾਂਦੇ, ਇਸ ਲਈ ਸਾਡਾ ਮਨ ਕਦੇ ਕਿਤੇ ਫਿਰੀ ਜਾਂਦਾ, ਕਦੇ ਕਿਤੇ ਜਿਹਦੀ ਮਰਜ਼ੀ ਤਜਰਬਾ ਕਰਕੇ ਵੇਖ ਲਓ। ਇੱਕ ਸਫਾ ਵੀ ਗੁਰੂ ਗ੍ਰੰਥ ਦਾ ਤੁਸੀਂ ਸਪੈਲਿੰਗਾਂ ਨੂੰ ਵੇਖ ਕੇ ਲੱਗ ਜਾਓ ਪੜ੍ਹਨ, ਨਾਲੇ ਤੁਹਾਡਾ ਪਾਠ ਸ਼ੁੱਧ, ਨਾਲ ਕਿਤੇ ਧਿਆਨ ਨਹੀਂ ਜਾਏਗਾ। ਕਿਤੇ ਕਿਉਂ? ਤੁਸੀਂ ਸਪੈਲਿੰਗਾਂ ਵੱਲ ਵੇਖ ਰਹੇ, ਧਿਆਨ ਤਾਂ ਸਾਰਾ ਉੱਥੇ ਹੈ, ਜਾਏਗਾ ਕਿਤੇ? ਧਿਆਨ ਇੱਕ ਤਾਂ ਹੀ ਹੋ ਸਕਦਾ। ਅਸੀਂ ਹੁਣ ਅੱਖਰਾਂ ਵੱਲ ਵੇਖਦੇ ਹੀ ਨਹੀਂ, ਪੜ੍ਹੇ ਜਿਹੜੇ ਅਸੀਂ ਗਲਤ ਪੜ੍ਹ ਦਿੰਦੇ ਹਾਂ। ਸਾਡੇ ਗਲਤ ਪੜ੍ਹਨ ਦਾ ਆਹੀ ਕਾਰਨ ਹੈ ਕਿ ਅਸੀਂ ਧਿਆਨ ਨਾਲ ਵੇਖਦੇ ਨਹੀਂ ਕੀ ਸਪੈਲਿੰਗ ਨੇ, ਕੀ ਹੈ ਕੀ ਨਹੀਂ, ਬਸ ਠੀਕ ਹੈ ਅੰਦਾਜ਼ੇ ਜਿਹੇ ਨਾਲ ਪੜ੍ਹਤਾ। ਹੁਣ ਜਿਹੜੇ ਅਰਥਾਂ ਸਮੇਤ ਬਾਣੀ ਪੜ੍ਹਦੇ ਨੇ, ਉਹਨਾਂ ਦਾ ਧਿਆਨ ਕਿਤੇ ਨਹੀਂ ਜਾਂਦਾ, ਜਦੋਂ ਨਹੀਂ ਕਿਤੇ। ਜਦੋਂ ਤੁਸੀਂ ਅਰਥਾਂ ਸਮੇਤ ਬਾਣੀ ਪੜ੍ਹੇ, ਤੁਹਾਡਾ ਸਾਰਾ ਧਿਆਨ ਹੀ ਅਰਥਾਂ 'ਤੇ ਹੋਵੇਗਾ, ਜਾਏਗਾ ਕਿੱਥੇ? ਜਦ ਤੁਸੀਂ ਉਂਝ ਬਾਣੀ ਪੜ੍ਹਦੇ ਹੋ, ਜਿੰਨੀ ਜ਼ਿਆਦਾ ਯਾਦ ਮੂੰਹ ਜ਼ਬਾਨੀ ਹੋ ਗਈ, ਉਂਝ ਹੀ ਲੰਘੀ ਜਾਂਦੀ ਹੈ। ਅੱਖਾਂ ਪਰ ਆਪਣਾ ਕੰਮ ਕਰ ਰਹੀਆਂ, ਮੂੰਹ ਆਪਣਾ ਕੰਮ ਕਰ ਰਿਹਾ, ਜਿਹੜਾ ਧਿਆਨ ਹੈ ਉਹ ਕਿਤੇ ਹੋਰ ਫਿਰੀ ਜਾਂਦਾ ਹੈ। ਪਾਠ ਹੋ ਰਿਹਾ, ਲੱਗੂਗਾ ਅੱਖਾਂ ਵੀ ਉੱਤੇ ਫਿਰ ਰਹੀਆਂ ਨੇ, ਪਰ ਧਿਆਨ ਕਿੱਥੇ ਹੋ ਰਿਹਾ? ਕਿਉਂ? ਸਪੈਲਿੰਗਾਂ ਨੂੰ ਨਹੀਂ ਵੇਖਿਆ ਜਾ ਰਿਹਾ। ਜਦੋਂ ਸਪੈਲਿੰਗ ਵੇਖਾਂਗੇ ਨਾ, ਹੁਣ ਬੱਚੇ ਨੇ ਕਿਹਾ ਕਿ ਕੱਕੇ ਨੂੰ ਕੰਨਾ, ਉਹ ਕਹਿੰਦੇ ਜੀ ਕਾ,
ਫਿਰ ਟੀਚਰ ਬੋਲਦਾ ਕੱਕੇ ਨੂੰ ਕਰਨਾ ਕਾ, ਕੀ ਬਣ ਗਿਆ ਕਾਕਾ। ਹੁਣ ਉਹ ਦੇਖ ਰਿਹਾ ਕੱਕੇ ਨੂੰ ਕਰਨਾ ਕਾ, ਕੱਕੇ ਨੂੰ ਕਰਨਾ ਕਾ, ਕਾਕਾ ਹੀ ਬੋਲੇਗਾ, ਹੋਰ ਕੀ ਬੋਲੇਗਾ। ਤੁਸੀਂ ਬਿਨਾਂ ਦੇਖੇ ਚੱਜ ਨਾਲ ਦੇਖੇ ਪਾਠ ਕਰਦੇ ਹੋ, ਇਸ ਲਈ ਗਲਤ ਮਲਤ ਕਰਦੇ ਹੋ, ਹੋਰ ਕੋਈ ਗੱਲ ਨਹੀਂ ਹੈਗੀ। ਜਿਹੜੇ ਔਖੇ ਸਪੈਲਿੰਗ ਨੇ ਉਹ ਕਿਤਾਬ 'ਚ ਲਿਖ ਦਿੱਤੇ ਗਏ ਨੇ। ਹੁਣ ਤਾਂ ਤੁਹਾਡੇ ਕੋਲ ਬਹਾਨਾ ਵੀ ਕੋਈ ਨਹੀਂ ਹੈਗਾ, ਹੁਣ ਕੋਈ ਬਹਾਨਾ ਨਹੀਂ ਹੈ ਜੀ ਵੀ ਮੈਨੂੰ ਜੇ ਬੋਲਣਾ ਨਹੀਂ ਆਉਂਦਾ। ਉਸ ਲਿਖਦਾ ਕਿਤਾਬ ਲਿਖਿਆ ਧਿਆਵੈ, ਉਹਦੇ ਅੱਗੇ ਉਚਾਰ ਲਿਖਿਆ ਧਿਆਵੇਂ। ਪਰ ਹੁਣ ਲੱਗੇ ਪਤਾ ਵੀ ਹਾਂ ਧਿਆਵੈ ਨਹੀਂ ਹੁੰਦਾ, ਧਿਆਵੈ ਹੁੰਦਾ ਧੱਦੇ ਨੂੰ ਸਿਆਰੀ ਆੜੇ ਨੂੰ ਕੰਨਾ ਵਾਹਵੇ ਨੂੰ ਦਿਲਾਵਾਂ। ਜੇ ਧੱਦੇ ਨੂੰ ਸਿਆਰੀ ਆੜੇ ਨੂੰ ਕੰਨਾ ਵਾਹਵੇ ਨੂੰ ਦਿਲਾਵਾਂ ਧਿਆਵੈ, ਇਹ ਹੁੰਦਾ ਇੱਕ ਵਚਨ। ਜਦੋਂ ਅੱਗੇ ਹਾ ਲੱਗ ਜਾਂਦਾ ਹੈ ਫਿਰ ਉਹ ਬਹੁਵਚਨ ਬਣ ਜਾਂਦਾ, ਅਤੇ ਜਦੋਂ ਬਹੁਵਚਨ ਬਣਦਾ ਫਿਰ ਉਹ ਨੱਕ ਰਾਹੀਂ ਬੋਲਿਆ ਜਾਂਦਾ ਧਿਆਵੇਂ। ਫਿਰ ਹੁਣ ਆਪਾਂ ਬੋਲਾਂਗੇ ਆਪਾਂ ਧਿਆਵੇਂ, ਪੜ੍ਹੇਂ, ਲਿਖੇਂ, ਆਵੇਂ, ਜਾਵੇਂ, ਫਿਰ ਪੜ੍ਹਾਂਗੇ। ਇੱਕ ਹੈ ਜਾਵੈ, ਇੱਕ ਹੈ ਜਾਵੇਂ। ਜਾਵੈ ਇੱਕ ਵਚਨ ਹੈ, ਜਾਵੇਂ ਬਹੁਵਚਨ ਹੈ। ਪੜ੍ਹੈ ਇੱਕ ਵਚਨ ਹੈ, ਪੜ੍ਹੇਂ ਬਹੁਵਚਨ ਹੈ। ਇਸ ਲਈ ਇੱਕ ਵਚਨ ਅਤੇ ਬਹੁਵਚਨ ਦੇ ਉਚਾਰਨ 'ਚ ਹਮੇਸ਼ਾ ਹੀ ਫਰਕ ਹੋਵੇਗਾ, ਇੱਕੋ ਉਚਾਰਨ ਨਹੀਂ ਹੋ ਸਕਿਆ ਕਰਦਾ। ਹਾਂਜੀ, ਖਿਆਲ ਰੱਖਣਾ। ਬਾਣੀ ਨੂੰ ਧਿਆਨ ਨਾਲ ਪੜ੍ਹੋ, ਸਾਰਾ ਉੱਥੇ ਧਿਆਨ, ਕਿਤੇ ਭੱਜੇਗੀ ਨਹੀਂ, ਜੋੜ ਕੇ ਪੜ੍ਹੀ ਜਾਓ, ਨਾਲੇ ਬਿਲਕੁਲ ਪਾਠ ਸ਼ੁੱਧ ਹੋ ਜਾਏਗਾ। ਜਿੱਥੇ ਕੋਈ ਡਾਊਟ ਹੋਵੇ ਉਹ ਕਿਤਾਬ ਤੁਹਾਨੂੰ ਦਿੱਤੀ ਹੋਈ ਹੈ, ਜਿਨ੍ਹਾਂ ਨੇ ਨਹੀਂ ਲਈ ਉਹ ਕਿਰਪਾ ਕਰ ਕਿਤਾਬ ਲੈ ਲਓ। ਪਿਛਲੀ ਵਾਰੀ 1000 ਕਿਤਾਬ 'ਚ ਉਹ ਮੁੱਕ ਗਈ, ਫਿਰ ਕਈ ਆ ਗਏ ਜੀ, ਮੈਂ ਹੁਣ ਤਾਂ ਮੁੱਕ ਗਈ ਜੀ। ਫਿਰ ਕਿੰਨੀ ਦੇਰ ਛਪਾਉਣ 'ਤੇ ਲੱਗੀ, 500 ਫਿਰ ਛਪਾਈ, ਫਿਰ ਲੈ ਆਵਾਂਗੇ ਕਦੇ ਸਮਾਂ ਲੰਘਾਤਾ, ਹੁਣ ਚਿਰ ਉਹ ਵੀ ਵਿਕ ਗਈਆਂ। ਫਿਰ ਕਈ ਆ ਕੇ ਮੈਂ ਹੁਣ ਨਹੀਂ ਛਪਦੀ, ਹੁਣ ਇੱਕ ਹੋਰ ਛਪ ਰਹੀ ਹੈ, ਉਹ ਜਦੋਂ ਛਪੇਗੀ ਉਹ ਲੈ ਜਾਓ। ਅਜੇ ਕਈ ਲੈਣ ਹੀ ਨਹੀਂ ਆਏ, ਉਹ ਜਦ ਮੁੱਕ ਜਾਣਗੀਆਂ ਫਿਰ ਆ ਜਾਣਗੇ, ਉਹ ਬਾਬਾ ਜੀ ਕਿਤਾਬ ਜੇ ਮੈਂ ਤਾਂ ਵੀ ਮੁੱਕ ਗਈ, ਹੁਣ ਕਿਤੇ ਆਪਣਾ ਵੇਲੇ ਸਿਰ ਲੈ ਜਾਓ। ਕਿਤਾਬ ਕੰਮ ਆਉਂਦੀ ਹੈ ਜ਼ਿੰਦਗੀ ਦੇ ਵਿੱਚ, ਘਰ 'ਚ ਪਈ ਹੋਈ ਕਿਤਾਬ ਹੈ, ਇਹ ਨਹੀਂ ਕਿ ਤੁਹਾਡੇ ਲਈ ਨਿਰੀ, ਤੁਹਾਡੇ ਬੱਚਿਆਂ ਲਈ, ਪੋਤਰਿਆਂ ਲਈ ਕਿਤਾਬ ਤਾਂ ਬੜਾ ਸਮਾਂ ਚੱਲਦੀ ਹੈ। ਹੁਣ ਤਾਂ ਕੋਈ ਵੀ ਪੜ੍ਹੇਗਾ ਉਹਨੂੰ ਹੀ ਲਾਭ ਹੋਏਗਾ। ਇਸ ਲਈ ਜਿਹੜੀ ਹੈ ਇਹੋ ਜਿਹੀਆਂ ਕਿਤਾਬਾਂ ਰੋਜ਼ ਨਹੀਂ ਛਪਦੀਆਂ ਹੁੰਦੀਆਂ, ਆਪਣੇ ਵੇਲੇ ਸਿਰ ਖਰੀਦ ਲਓ। ਅਤੇ ਤੁਹਾਡੀ ਸਹੂਲਤ ਲਈ ਕੀਮਤ ਵੀ 300 ਦੀ ਥਾਂ 'ਤੇ ਸਿਰਫ 100 ਰੱਖਿਆ, ਕੀਮਤ ਵੀ ਸਿਰਫ 100 ਰੱਖੀ ਹੈ, ਅਤੇ ਖਰਚਾ 300 ਇੱਕ ਕਿਤਾਬ 'ਤੇ ਆਇਆ ਛਾਪੇ ਦਾ, ਵੀ ਤਾਂ ਜੋ ਤੁਸੀਂ ਲਾਭ ਉਠਾ ਸਕੋ ਉਸ ਦਾ। ਭਲਾ ਵੀ ਉਸ ਬੰਦੇ ਦਾ ਜਿਹਨੇ ਇਕੱਲੇ ਨੇ ਹੀ ਸਾਰਾ ਭੇਜਤਾ ਜੀ। ਉਹਨੇ ਮੈਂ ਤਾਂ ਅੰਦਾਜ਼ਾ ਪੁੱਛਿਆ ਕਿੰਨਾ ਆਵੇਗਾ, ਮੈਂ ਕਿਹਾ 2.5 ਲੱਖ ਰੁਪਇਆ ਆਵੇਗਾ। ਪਹਿਲਾਂ ਉਹਨਾਂ ਮੈਨੂੰ ਇੰਨਾ ਕਿਹਾ, ਉਹਨੇ 2.5 ਲੱਖ ਭੇਜਦਾ। ਫਿਰ ਜਿਹੜਾ ਹੈ 3 ਲੱਖ ਖਰਚਾ ਆ ਗਿਆ। ਫਿਰ ਉਹ ਕਹਿੰਦੇ, ਮੈਂ ਕਿਹਾ ਯਾਰ ਤੁਸੀਂ ਚੰਗੀ ਕੀਤੀ ਮੇਰੇ ਨਾਲ, ਤੁਸੀਂ ਤਾਂ ਕਿਹਾ ਸੀ 2.5 ਲੱਖ 'ਚ ਹੋ ਜਾਊ, ਮੈਂ 2.5 ਲੱਖ ਮੰਗਾ ਲਿਆ, ਹੁਣ ਤੁਸੀਂ 3 ਲੱਖ ਕਹਿ ਚੰਗਾ ਜੀ ਅਸੀਂ 50,000 ਛੱਡਿਆ, ਚਲੋ ਉਹ 2.5 ਲੱਖ 'ਚ ਮੈਨੂੰ ਪੈ ਗਈ ਹੈਗੀ। ਖਰਚਾ 300 ਆਇਆ ਇੱਕ ਕਿਤਾਬ 'ਤੇ, ਅਤੇ ਤੁਹਾਡੀ ਸਹੂਲਤ, ਹਾਲਾਂਕਿ ਤੁਸੀਂ ਗਰੀਬ ਨਹੀਂ, ਤੁਸੀਂ 300 ਦੇ ਸਕਦੇ ਹੋ, ਪਰ ਫਿਰ ਵੀ ਤਾਂ ਜੋ ਤੁਸੀਂ ਜਿਹੜਾ ਹੈ ਉਹ ਘੱਟ ਕੀਮਤ ਦੇ ਲਾਲ 'ਚ ਖਰੀਦ ਕੇ ਘਰ ਰੱਖ ਲਓ, ਵੀ ਕਦੇ ਜ਼ਿੰਦਗੀ 'ਚੋਂ ਕੰਮ ਆਵੇਗੀ, ਤਾਂ ਰੱਖਿਆ। ਅਤੇ ਜੇ ਦਰਿਆ ਦੇ ਕੋਲ ਬਹਿ ਕੇ ਵੀ ਅਸੀਂ ਪਿਆਸੇ ਮਰਨਾ ਤਾਂ ਫਿਰ ਮਰੀ ਜਾਓ ਪਈ। ਮੰਨ ਲਓ ਇੱਕ ਬੰਦਾ ਦਰਿਆ ਦੇ ਕੰਢੇ 'ਤੇ ਬੈਠਾ, ਉਹਨੂੰ ਲੱਗੇ ਪਿਆਸ, ਉਹ ਹੇਠਾਂ ਉਤਰ ਕੇ ਪਾਣੀ ਵੀ ਨਹੀਂ ਪੀਂਦਾ, ਫਿਰ ਮਰੀ ਜਾ ਪਿਆਸਾ ਵੀ। ਦਰਿਆ ਦੇ ਕੰਢੇ 'ਤੇ ਬੈਠਾ, ਕੋਲ ਸਾਰੀ ਸਹੂਲਤ ਹੋਵੇ ਅਤੇ ਬੰਦਾ ਉਸ ਸਹੂਲਤ ਦਾ ਲਾਭ ਨਾ ਉਠਾਵੇ, ਫਿਰ ਉਹਨੂੰ ਹੋਰ ਕੀ ਕਹੋਗੇ ਤੁਸੀਂ? ਜੋ ਕਹੋਗੇ ਤੁਸੀਂ ਆਪੇ ਮਨ 'ਚ ਕਹਿ ਲਓ। ਸੋ ਗੁਰੂ ਮਹਾਰਾਜ ਕਹਿੰਦੇ, ਸੱਚਾ ਸਾਹਿਬ ਸੇਵੀਐ ਗੁਰਮੁਖ ਵਸੈ ਮਨ ਆਏ। ਸੱਚਾ ਸਾਹਿਬ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ। ਜਿਹੜੇ ਗੁਰਮੁਖ ਹੁੰਦੇ ਹਨ ਉਹਨਾਂ ਦੇ ਮਨ 'ਚ ਆ ਕੇ ਪਰਮਾਤਮਾ ਵਸ ਜਾਂਦਾ ਹੈ। ਸਦਾ ਰੰਗ ਰਾਤੇ ਸੱਚ ਸਿਉ, ਉਹ ਪਰਮਾਤਮਾ ਦੇ ਪਿਆਰ 'ਚ ਸਦਾ ਹੀ ਰੰਗੇ ਰਹਿੰਦੇ ਹਨ। ਆਪਣੀ ਕਿਰਪਾ ਕਰੇ ਮਿਲਾਏ, ਫਿਰ ਪਰਮਾਤਮਾ ਆਪਣੀ ਕਿਰਪਾ ਕਰਕੇ ਇਹੋ ਜਿਹੇ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਆਪੇ ਕਰੇ ਕਰਾਏ ਆਪੇ, ਇੱਕ ਨਾ ਸੁਤਿਆਂ ਦੇ ਜਗਾਏ,
ਆਪੇ ਮੇਲ ਮਿਲਾਇਂਦਾ ਨਾਨਕ ਸ਼ਬਦ ਸਮਾਏ। ਆਪੇ ਕਰੇ ਕਰਾਏ ਆਪੇ। ਪਰਮਾਤਮਾ ਕਰਨ ਵਾਲਾ ਵੀ ਆਪ ਹੈ, ਦੂਜਾ ਤੇ ਕਰਾਉਣ ਵਾਲਾ ਵੀ ਆਪ ਹੈ, ਕਿਉਂਕਿ ਪਰਮਾਤਮਾ ਨੂੰ ਸਮਰੱਥ ਗਿਣਿਆ ਗਿਆ। ਉਹ ਜੋ ਚਾਹੇ ਕਰ ਸਕਦਾ ਹੈ, ਜੋ ਚਾਹੇ ਉਹ ਕਿਸੇ ਤੋਂ ਕਰਵਾ ਸਕਦਾ ਹੈ। ਹੁਣ ਤਾਂ ਆਪਣੀ ਸ਼ਕਤੀ ਹੀ ਦੇਣੀ ਹੈ, ਕਰਵਾ ਦੇਣਾ ਕੰਮ। ਇੱਕ ਨਾ ਸੁੱਤਿਆਂ ਦੇ ਜਗਾਏ। ਇੱਕ ਸੁੱਤਿਆਂ ਨੂੰ ਪਰਮਾਤਮਾ ਜਗਾ ਕੇ ਨਾਮ ਦੀ ਦਾਤ ਦਿੰਦਾ। ਸੁੱਤੇ ਉਹ ਨਹੀਂ ਜਿਵੇਂ ਆਪਾਂ ਰਾਤ ਨੂੰ ਸੌਂਦੇ ਹਾਂ, ਇਸ ਤਰ੍ਹਾਂ ਨਹੀਂ। ਜਿਹੜੇ ਅਗਿਆਨਤਾ ਦੀ ਨੀਂਦ ਵਿੱਚ ਸੁੱਤੇ ਹੋਏ ਹਨ, ਉਹਨਾਂ ਨੂੰ ਪਰਮਾਤਮਾ ਆਪ ਹੀ ਗਿਆਨ ਦੇ ਕੇ ਇਸ ਪਾਸੇ ਨੂੰ ਲਾਉਂਦਾ, ਉਹਨਾਂ ਨੂੰ ਉਸ ਨੀਂਦ ਤੋਂ ਜਗਾ ਦਿੰਦਾ। ਕਿ ਅਚਾਨਕ ਉਹਨਾਂ ਨੂੰ ਸਤਸੰਗ 'ਚ ਭੇਜ ਦਿੰਦਾ, ਕਿਸੇ ਧਾਰਮਿਕ ਬੰਦੇ ਨੂੰ ਉਹਨਾਂ ਦੇ ਕੋਲ ਭੇਜ ਦਿੰਦਾ ਹੈ। ਜਿਵੇਂ ਗੁਰੂ ਨਾਨਕ ਦੇਵ ਨੇ ਪਰਮਾਤਮਾ ਨੂੰ ਪਤਾ ਨਹੀਂ ਕਿਦੇ ਕੋਲ ਭੇਜਿਆ। ਸੰਸਾਰ ਦੇ ਅਨੇਕਾਂ ਦੇਸ਼ਾਂ ਵਿੱਚ ਗੁਰੂ ਨਾਨਕ ਦੇਵ ਨੂੰ ਭੇਜਿਆ ਵੀ ਜੋ ਇਹ ਸੁੱਤੇ ਹੋਏ ਨੇ ਇਹਨਾਂ ਨੂੰ ਜਗਾ ਕੇ ਆਓ। ਸੱਜਣ ਠੱਗ ਦੇਖਣ ਨੂੰ ਤਾਂ ਜਾਗਦਾ ਹੀ ਸੀ, ਦੇਖਣ ਨੂੰ ਤਾਂ ਜਾਗਦਾ ਸੀ, ਪਰ ਉਂਝ ਸੁੱਤਾ ਹੋਇਆ ਸੀ ਉਹ। ਗੁਰੂ ਨਾਨਕ ਦੀ ਇੱਕੋ ਸ਼ਬਦ ਗਾਇਆ, ਬਸ ਜਗਾਤਾ। ਇੱਕੋ ਸ਼ਬਦ ਹੀ ਗਾਇਆ, ਉਜਲ ਕਹਿਹਾਂ ਚਿਲਕਣਾ ਕੋਟਮ ਕਾਲੜੀ ਮਸ, ਧੋਤਿਆਂ ਜੂਠ ਰ ਉਤਰੇ ਜੇ ਸੋ ਧੋਵਨ ਤਿਸ। ਇਹ ਸ਼ਬਦ ਜਦੋਂ ਗਾਇਆ ਹੈ, ਉਦੋਂ ਦਾ ਹੀ ਉਹ ਸੱਜਣ ਠੱਗ ਸੀ ਅਤੇ ਉਦੋਂ ਦੀ ਹੀ ਬਾਣੀ ਸੀ, ਸਿੱਧੀ ਸਮਝ ਆ ਰਹੀ ਸੀ। ਜਿਵੇਂ ਅੱਜ ਦੀ ਪੰਜਾਬੀ 'ਚ ਆਪਣੇ ਨਾਲ ਕੋਈ ਗੱਲ ਕਰੇ ਤਾਂ ਆਪਾਂ ਨੂੰ ਸਿੱਧੀ ਸਮਝ ਆਉਂਦੀ ਕਿ ਨਹੀਂ? ਸਿੱਧੀ ਸਮਝ ਆਉਂਦੀ ਸੀ। ਬਸ ਫਿਰ ਕਬੀਰ ਸਤਿਗੁਰ ਸੂਰਮੇ ਬਾਹਿਆ ਬਣ, ਬਾਹਿਆ ਮੈਨੇ ਚਲਾਇਆ। ਗੁਰੂ ਨੇ ਫਿਰ ਤੀਰ ਚਲਾਇਆ, ਬਸ ਤੀਰ ਲੱਗ ਗਿਆ ਮਨ 'ਤੇ, ਅਸਰ ਹੋ ਗਿਆ, ਬਦਲ ਗਿਆ, ਸਭ ਕੁਝ ਛੱਡ ਛੁਡਾ ਦਿੱਤਾ। ਸੋ ਇਸ ਤਰ੍ਹਾਂ ਸੁੱਤਿਆਂ ਹੋਇਆਂ ਨੂੰ ਵੀ ਪਰਮਾਤਮਾ ਕਈ ਵਾਰੀ ਜਗਾ ਦਿੰਦਾ ਅਤੇ ਆਪਣੇ ਨਾਮ ਦੇ ਨਾਲ ਜੋੜ ਦਿੰਦਾ। ਆਪੇ ਮੇਲ ਮਿਲਾਇਂਦਾ ਨਾਨਕ ਸ਼ਬਦ ਸਮਾਏ। ਫਿਰ ਸ਼ਬਦ ਦੇ ਵਿੱਚ ਲੀਨ ਕਰਕੇ ਮਨੁੱਖ ਨੂੰ ਫਿਰ ਆਪਣੇ ਨਾਲ ਮਿਲਾ ਲੈਂਦਾ। ਮਨੁੱਖ ਨਾਮ ਜਪਦਾ ਰਹਿੰਦਾ, ਜਪਦਾ ਰਹਿੰਦਾ, ਜਪਦਾ ਰਹਿੰਦਾ। ਇੱਕ ਦਿਨ ਉਹਦੀ ਸੁਰਤ ਪਰਮਾਤਮਾ ਦੇ ਨਾਮ 'ਚ ਲੀਨ ਹੋ ਜਾਂਦੀ ਹੈ। ਜਦੋਂ ਇਸ ਅਵਸਥਾ 'ਤੇ ਪਹੁੰਚਦਾ, ਫਿਰ ਪਰਮਾਤਮਾ ਨੂੰ ਆਪਣੇ ਨਾਲ ਮਿਲਾ ਲੈਂਦਾ। ਆਪੇ ਕਰੇ ਕਰਾਏ ਆਪੇ, ਇੱਕ ਨਾ ਸੁੱਤਿਆਂ ਦੇ ਜਗਾਏ। ਪਰਮਾਤਮਾ ਆਪ ਹੀ ਕਰਨ ਵਾਲਾ ਹੈ, ਆਪ ਹੀ ਜੀਵਨ ਤੋਂ ਕਰਾਉਣ ਵਾਲਾ ਹੈ। ਅਗਿਆਨੀਆਂ ਨੂੰ ਗਿਆਨ ਦੇ ਕੇ ਜਗਾ ਦਿੰਦਾ ਹੈ। ਆਪੇ ਮੇਲ ਮਿਲਾਇਂਦਾ ਨਾਨਕ ਸ਼ਬਦ ਸਮਾਏ। ਆਪ ਹੀ ਫਿਰ ਨਾਮ ਵਿੱਚ ਲੀਨ ਕਰਕੇ ਮਨੁੱਖ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਸ਼੍ਰੀ ਰਾਗ ਮਹਿਲਾ ਤੀਜਾ। ਸਤਿਗੁਰ ਸੇਵਿਆ ਮਨ ਨਿਰਮਲ ਭਏ। ਸਤਿਗੁਰ ਸੇਵਿਆ ਮਨ ਨਿਰਮਲਾ, ਭਏ ਪਵਿੱਤ ਸਰੀਰ। ਮਨ ਆਨੰਦ ਸਦਾ ਸੁਖ ਪਾਇਆ, ਭੇਟਿਆ ਗਹਿਰ ਗੰਭੀਰ। ਸੱਚੀ ਸੰਗਤ ਬੈਸਨਾ, ਸਚ ਨਾਮ ਮਨ ਧੀਰ। ਸਤਿਗੁਰ ਸੇਵਿਆ, ਗੁਰੂ ਦੀ ਸੇਵਾ ਕਰਨ ਨਾਲ ਮਨ ਨਿਰਮਲ ਹੋ ਜਾਂਦਾ। ਸੇਵਾ ਵੀ ਮਨ ਨੂੰ ਨਿਰਮਲ ਕਰਦੀ ਹੈ। ਪਰਮਾਤਮਾ ਦਾ ਨਾਮ ਵੀ ਮਨ ਨੂੰ ਨਿਰਮਲ ਕਰਦਾ ਹੈ। ਬਾਣੀ ਵੀ ਮਨ ਨੂੰ ਨਿਰਮਲ ਕਰਦੀ ਹੈ। ਜਦੋਂ ਮਨ ਨਿਰਮਲ ਹੋ ਗਿਆ, ਭਏ ਪਵਿੱਤ ਸਰੀਰ। ਸਰੀਰ ਆਪੇ ਪਵਿੱਤਰ ਹੋ ਗਿਆ, ਸਰੀਰ ਆਪੇ ਹੀ ਪਵਿੱਤਰ। ਗੁਰੂ ਮਨ ਮੈਲੇ ਸਭ ਕੁਛ ਮੈਲਾ। ਜੇ ਮਨ ਮੈਲਾ, ਸਾਰੇ ਦਾ ਸਾਰਾ ਸਰੀਰ ਮੈਲਾ, ਇੱਕ ਇੱਕ ਅੰਗ ਮੈਲਾ ਹੈ। ਅੱਖਾਂ ਮੈਲੀਆਂ, ਕੰਨ ਮੈਲੇ, ਮੂੰਹ ਮੈਲਾ, ਹੱਥ ਮੈਲੇ, ਪੈਰ ਮੈਲੇ। ਅੱਖਾਂ ਕਿਸੇ ਦੇ ਰੂਪ ਨੂੰ ਮਾੜੇ ਤਰੀਕੇ ਨਾਲ ਜਦੋਂ ਵੇਖਦੀਆਂ ਨੇ, ਇਹਦਾ ਮਤਲਬ ਮਨ ਮੈਲਾ ਹੈ। ਗੰਦੇ ਗੀਤ ਸੁਣ ਕੇ ਜਦੋਂ ਕੰਨ ਖੁਸ਼ ਹੁੰਦੇ ਨੇ, ਇਹਦਾ ਮਤਲਬ ਕੰਨ ਮੈਲੇ ਨੇ। ਗੰਦ ਮੰਦ ਮੂੰਹੋਂ ਜਿੱਦਾਂ ਬੰਦਾ ਬਕਦਾ ਹੈ, ਇਹਦਾ ਮਤਲਬ ਤਾਂ ਮਨ ਮੈਲਾ ਹੈ। ਹੱਥਾਂ ਨਾਲ ਮਾੜੇ ਕੰਮ ਕਰਦੇ, ਇਹਦਾ ਮਨ ਮੈਲਾ ਹੈ। ਪੈਰਾਂ ਨਾਲ ਮਾੜੇ ਪਾਸੇ ਜਾਂਦੇ, ਇਹਦਾ ਮਨ ਮੈਲਾ ਹੈ।
ਮਨ ਮੈਲਾ ਹੋਣ ਕਰਕੇ ਸਰੀਰ ਦੇ ਸਾਰੇ ਅੰਗ ਆਪਣੇ ਆਪ ਹੀ ਮੈਲੇ ਹੁੰਦੇ ਨੇ। ਜਦੋਂ ਮਨ ਸਾਫ਼ ਹੋ ਜਾਂਦਾ ਤਾਂ ਸਰੀਰ ਦੇ ਸਾਰੇ ਅੰਗ ਆਪਣੇ ਆਪ ਹੀ ਪਵਿੱਤਰ ਹੋ ਜਾਂਦੇ ਨੇ। ਫਿਰ ਨਾ ਅੱਖਾਂ ਕੁਝ ਮਾੜਾ ਵੇਖਣ, ਨਾ ਕੰਨ ਮਾੜਾ ਸੁਣਨ, ਨਾ ਮੂੰਹ ਮਾੜਾ ਬੋਲੇ, ਨਾ ਹੱਥ ਮਾੜੇ ਕੰਮ ਕਰਨ ਅਤੇ ਨਾ ਪੈਰ ਮਾੜੇ ਪਾਸੇ ਜਾਣ। ਉਹ ਪਰਮਾਤਮਾ ਦੇ ਨਾਮ ਨੇ ਹੀ ਮਨ ਨੂੰ ਨਿਰਮਲ ਕਰਨਾ, ਹੋਰ ਕੋਈ ਢੰਗ ਤਰੀਕਾ ਨਹੀਂ ਹੈ। ਸੋ ਕਹਿੰਦੇ ਸਤਿਗੁਰ ਸੇਵਿਆ ਮਨ ਨਿਰਮਲਾ। ਗੁਰੂ ਦੀ ਸੇਵਾ ਕਰਨ ਨਾਲ, ਗੁਰੂ ਦੇ ਆਖੇ ਲੱਗਣ ਨਾਲ ਮਨ ਨਿਰਮਲ ਹੋ ਜਾਂਦਾ ਅਤੇ ਸਰੀਰ ਵੀ ਪਵਿੱਤਰ ਹੋ ਜਾਂਦਾ ਹੈ। ਮਨ ਆਨੰਦ ਸਦਾ ਸੁਖ ਪਾਇਆ, ਭੇਟਿਆ ਗਹਿਰ ਗੰਭੀਰ। ਫਿਰ ਕੀ ਹੁੰਦਾ? ਪਰਮਾਤਮਾ ਗਹਿਰ ਗੰਭੀਰ ਪਰਮਾਤਮਾ। ਪਰਮਾਤਮਾ ਜਦੋਂ ਫਿਰ ਮਿਲਦਾ ਨਾ, ਮਨ 'ਚ ਆਨੰਦ ਹੀ ਆਨੰਦ ਹੈ, ਫਿਰ ਸਦਾ ਹੀ ਸੁੱਖ ਹੈ। ਹੁਣ ਜਿਹੜੇ ਸਾਨੂੰ ਸੁੱਖ ਮਿਲਦੇ ਨੇ ਕੁਝ ਸਮੇਂ ਲਈ ਨੇ, ਫਿਰ ਦੁੱਖ ਖੜ੍ਹਾ ਹੋ ਜਾਂਦਾ। ਜਦੋਂ ਮਨ 'ਚ ਆਨੰਦ ਪੈਦਾ ਹੁੰਦਾ ਫਿਰ ਸਦਾ ਹੀ ਸੁੱਖ ਹੁੰਦਾ। ਉਹ ਕਦੋਂ ਆਨੰਦ ਪੈਦਾ ਹੁੰਦਾ? ਜਦੋਂ ਪਰਮਾਤਮਾ ਮਿਲਦਾ ਹੈ, ਉਦੋਂ ਪਹਿਲਾਂ ਨਹੀਂ। ਆਪਾਂ ਬਾਣੀ ਪੜ੍ਹ ਰਹੇ, ਨਾਮ ਜਪ ਰਹੇ, ਇਹਦੇ ਨਾਲ ਸਾਨੂੰ ਸੁੱਖ ਮਿਲੇਗਾ, ਆਨੰਦ ਨਹੀਂ ਮਿਲੇਗਾ। ਸੁੱਖ ਮਿਲੇਗਾ, ਪਰ ਜਦੋਂ ਅਸੀਂ ਪਰਮਾਤਮਾ ਨੂੰ ਪ੍ਰਾਪਤ ਕਰ ਲਵਾਂਗੇ ਫਿਰ ਮਨ ਨੂੰ ਆਨੰਦ ਮਿਲੇਗਾ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਏ। ਜਦੋਂ ਪਰਮਾਤਮਾ ਨੂੰ ਪਾ ਲਿਆ ਫਿਰ ਆਨੰਦ ਹੀ ਆਨੰਦ ਹੈ। ਅਤੇ ਉਹ ਮਿਲਦਾ ਨਾਮ ਜਪ 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 ਕੇ। ਸ਼ੁਭ ਕਰਮ ਕਰਨੇ, ਨਾਮ ਜਪਣਾ, ਬਸ ਗੱਲਾਂ ਹੀ ਦੋ ਯਾਦ ਰੱਖਣੀ। ਗੱਲਾਂ ਹੀ ਦੋ ਯਾਦ ਕਰਨੇ, ਸ਼ੁਭ ਕਰਮ ਕਰਨੇ, ਨਾਮ ਜਪਣਾ। ਕਿਹੜਾ ਕੰਮ ਚੰਗਾ ਕਿਹੜਾ ਮੰਦਾ ਇਹ ਸਾਰਿਆਂ ਨੂੰ ਪਤਾ ਹੈ। ਇਹ ਸਾਰਿਆਂ ਨੂੰ ਪਤਾ, ਇਹ ਵੀ ਪਤਾ ਨਹੀਂ ਹੈ। ਇੱਕ ਪਹਿਲੀ ਦੇ ਜਵਾਕ ਨੂੰ ਪੁੱਛੋ, ਕਾਕਾ ਸੱਚੋ ਸੱਚ ਦੱਸ, ਚੋਰੀ ਕਰਨੀ ਚਾਹੀਦੀ ਹੈ ਕਿ ਨਹੀਂ? ਨਾ ਜੀ ਸਰ ਜੀ ਨਹੀਂ ਕਰਨੀ ਚਾਹੀਦੀ। ਵੱਡਾ ਹੋ ਕੇ ਆਪ ਹੀ ਕਰ ਰਿਹਾ ਹੁੰਦਾ। ਵੱਡਾ ਹੋ ਕੇ ਆਪ ਹੀ ਕਰ, ਗਿਆਨ ਹੈ। ਪਹਿਲੀ ਵਾਲੇ ਨੂੰ ਗਿਆਨ ਹੈ, ਪਰ ਜਦ BA ਕਰ ਲੈਂਦਾ ਫਿਰ ਚੋਰੀਆਂ ਕਰਦਾ ਹੈ। ਇਹਦਾ ਮਤਲਬ ਹੈ ਫਿਰ ਕੀ ਮਤਲਬ ਹੋਇਆ? ਬਈ ਗਿਆਨ ਤਾਂ ਹੈ, ਜਾਣ ਬੁੱਝ ਕੇ ਕਰਦਾ। ਮਨ ਜਾਣਤ ਹੀ ਔਗਣ ਕਰੇ। ਹਾਂ, ਕਾਹੇ ਕੀ ਕੁਸ਼ਲਾਤ ਹਾਥ ਦੀਪ ਕੂਏ ਪਰ। ਹੱਥ ਦੀਵੇ ਫਿਰ ਖੂਜ ਡਿੱਗ ਰਿਹਾ। ਚਾਨਣ ਹੈ, ਚਾਨਣ ਹੋਣ ਦੇ ਬਾਵਜੂਦ ਖੂਜ ਡਿੱਗ ਰਿਹਾ। ਭਾਵ ਗਿਆਨ ਹੈ ਅਤੇ ਗਲਤ ਕੰਮ ਕਰ ਰਿਹਾ, ਫਿਰ ਗਲਤ ਕੰਮ ਕਰ ਰਿਹਾ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਮਨ ਆਨੰਦ ਸਦਾ ਸੁਖ ਪਾਇਆ, ਭੇਟਿਆ ਗਹਿਰ ਗੰਭੀਰ। ਉਹ ਪਰਮਾਤਮਾ ਜੋ ਬਹੁਤ ਗਹਿਰ ਹੈ, ਜੋ ਬਹੁਤ ਗੰਭੀਰ ਹੈ, ਜਦੋਂ ਮਿਲ ਪੈਂਦਾ ਫਿਰ ਮਨ 'ਚ ਆਨੰਦ ਹੀ ਆਨੰਦ ਹੈ, ਸਦਾ ਹੀ ਸੁੱਖ ਹੈ। ਸੱਚੀ ਸੰਗਤ ਬੈਸਨ, ਸੱਚ ਨਾਮ ਮਨ ਧੀਰ। ਸੱਚੀ ਸੰਗਤ ਭਾਵ ਸਤ ਸੰਗਤ। ਜਦੋਂ ਕੋਈ ਸਤ ਸੰਗਤ 'ਚ ਬੈਠਦਾ ਨਾ, ਸੱਚ ਨਾਮ ਮਨ ਧੀਰ, ਪਰਮਾਤਮਾ ਦੇ ਨਾਮ ਨਾਲ ਉਹਦੇ ਮਨ ਨੂੰ ਧੀਰਜ ਆਉਂਦਾ। ਸਤਸੰਗ 'ਚ ਬੈਠਾ ਉੱਥੇ ਫਿਰ ਨਾਮ ਜਪ ਰਿਹਾ। ਹੁਣ ਤੁਸੀਂ ਬਾਣੀ ਸੁਣ ਰਹੇ ਹੋ, ਕਥਾ ਵਾਰਤਾ ਸੁਣ ਰਹੇ ਹੋ। ਇਸ ਤਰ੍ਹਾਂ ਕਥਾ ਵਾਰਤਾ ਸੁਣਦੇ ਆਉਂਦੇ ਆ, ਨਾਮ ਜਪਦਿਆਂ ਫਿਰ ਮਨ ਨੂੰ ਧੀਰਜ ਆ ਜਾਂਦਾ। ਨਹੀਂ ਤਾਂ ਵਿਚਾਰਾ ਬੜਾ ਜਿਹੜਾ ਮਨ ਉਦਾਸ ਰਹਿੰਦਾ ਹੈ, ਕਦੇ ਦੁਖੀ ਰਹਿੰਦਾ ਹੈ, ਕਦੇ ਕੁਛ ਹੈ ਕਦੇ ਕੁਛ ਹੈ। ਸੱਚ ਨਾਮ ਮਨ ਧੀਰ, ਪਰਮਾਤਮਾ ਦੇ ਨਾਮ ਨਾਲ ਮਨ ਨੂੰ ਧੀਰ, ਮੈਨੇ ਧੀਰਜ, ਮਨ ਨੂੰ ਧੀਰਜ ਮਿਲਦਾ। ਮਨ ਰਹੇ ਸਤਿਗੁਰ ਸੇਵ ਨਿਸੰਗ। ਕਹਿੰਦੇ ਜਦੋਂ ਗੁਰੂ ਦੀ ਸੇਵਾ ਕਰਨੀ ਸੰਗਣਾ ਨਹੀਂ ਹੈ, ਸੰਗ ਲਾ ਕੇ ਕਰਨੀ। ਇਹ ਨਹੀਂ ਕਿ ਲੋਕ ਕੀ ਕਹਿਣਗੇ। ਕੋਈ ਬਹੁਤ ਅਮੀਰ ਆਦਮੀ ਹੋਵੇ, ਕਰੋੜਾਪਤੀ ਹੋਵੇ, ਉਹ ਗੁਰਦੁਆਰੇ ਝਾੜੂ ਫੇਰ ਰਿਹਾ ਹੋਵੇ, ਭਾਂਡੇ ਮਾਂਜ ਰਿਹਾ ਹੋਵੇ, ਹੈ ਪਹਿਲੇ ਤਾਂ ਛੇਤੀ ਵਾਲਾ ਮਾਂਜਦੇ ਨੇ, ਹੈ ਵੀ ਮੈਂ ਇੰਨਾ ਅਮੀਰ, ਮੈਂ ਭਾਂਡੇ ਮਾਂਜ ਝਾੜੂ ਫੇਰ। ਉਹਦੀ ਹਮ ਹੈ, ਉਹਨੂੰ ਇਹ ਕੰਮ ਹੀ ਨਹੀਂ ਕਰਨ ਦਿੰਦੇ। ਅਤੇ ਜੇ ਉਹ ਕਿਤੇ ਲੱਗ ਵੀ ਜਾਵੇ ਫਿਰ ਅਖੀਰਲਾ ਜਿਹੜਾ ਹੁੰਦਾ ਨਾ ਟੱਬ, ਉੱਥੇ ਜਾਂਦਾ ਵੀ ਸਾਫ ਸੁਥਰੇ ਭਾਂਡਾ ਮਿਲੂ, ਪਾਣੀ 'ਚ ਇੱਕ ਵਾਰੀ ਕੱਢ ਕੇ ਰੱਖ ਦੇਣਾ। ਪਹਿਲੇ ਤਾਂ ਨਹੀਂ ਜਾਂਦਾ, ਕਿ ਝੂਠ ਹੈ। ਜਿਹੜਾ ਪਹਿਲਾ ਟੱਬ ਹੈ ਸਭ ਤੋਂ ਵੱਧ ਝੂਠ ਉੱਥੇ ਹੀ ਹੁੰਦੀ ਹੈ ਨਾ। ਉਹ ਧੋ ਕੇ ਅੱਗੇ ਭੇਜਦੇ, ਅੱਗੇ ਉਦੋਂ ਘੱਟ ਗਈ, ਉਦੋਂ ਅੱਗੇ ਘੱਟ ਗਈ।
ਪੰਜਵੇਂ ਜਾਂ ਛੇਵੇਂ ਟੱਬ ਤੱਕ ਜਦੋਂ ਥਾਲੀ ਪਹੁੰਚਦੀ ਹੈ ਉਹਦੇ ਤਕਰੀਬਨ ਸਾਫ਼ ਹੀ ਹੁੰਦੀ ਹੈ। ਪਾਣੀ ਡਬੋ ਕੇ ਇੱਕ ਵਾਰੀ ਵੇਖਣੀ ਹੁੰਦਾ ਕੋਈ ਲੱਗਿਆ ਤਾਂ ਨਹੀਂ ਇਹਨੂੰ, ਚਲੋ ਜੀ ਪੂੰਝੋ ਅਤੇ ਧਰੋ। ਪਰ ਜਦੋਂ ਕਿਰਪਾ ਹੋ ਜਾਂਦੀ ਹੈ ਫਿਰ ਪਹਿਲੇ ਟੱਬ 'ਤੇ ਆ ਜਾਂਦਾ, ਫਿਰ ਉਹਨੂੰ ਕੋਈ ਕਚਿਆਣ ਨਹੀਂ ਆਉਂਦੀ ਝੂਠ ਤੋਂ ਵੀ ਮੈਂ ਲੋਕਾਂ ਦੇ ਝੂਠੇ ਭਾਂਡੇ ਕਿਉਂ ਮਾਂਜਾਂ, ਫਿਰ ਉਹਨੂੰ ਕਚਿਆਣ ਨਹੀਂ ਆਉਂਦੀ। ਜਦੋਂ ਚੌਥੇ ਪਾਤਸ਼ਾਹ ਜੇ ਪਾਤਸ਼ਾਹ ਨਹੀਂ ਸਨ ਬਣੇ, ਤੀਸਰੇ ਪਾਤਸ਼ਾਹ ਦੇ ਦਰ 'ਤੇ ਆ ਗਏ। ਲਾਹੌਰ ਤੋਂ ਸੋਢੀ ਆਏ ਮਿਲਣ, ਅੱਗੇ ਜਾ ਹਰਿਦੁਆਰ ਨੂੰ, ਦੇਖਿਆ ਵੀ ਅੱਛਾ ਇਹ ਤਾਂ ਝੂਠੇ ਭਾਂਡੇ ਮਾਂਜ ਰਿਹਾ। ਕਹਿੰਦਾ ਤੈਨੂੰ ਸ਼ਰਮ ਨਹੀਂ ਆਉਂਦੀ, ਤੂੰ ਝੂਠੇ ਭਾਂਡੇ ਮਾਂਜ ਰਹੇ, ਤੂੰ ਸੋਢੀ ਹੋ ਕੇ ਇੱਥੇ ਕੀ ਕੰਮ ਕਰ ਰਹੇ? ਅਬ ਤਾਂ ਬੋਲੀ ਗਏ। ਉਹ ਕੋ ਚੁੱਪ ਰਹੇ, ਉਹਨੂੰ ਪਤਾ ਸੀ ਇਹ ਗਿਆਨੀ ਨੇ, ਇਹਨਾਂ ਦਾ ਕੀ ਹੈ। ਚਲੋ ਗੁਰੂ ਮਹਾਰਾਜ ਆ ਕਹਿਣ ਨਾਲੇ ਤੁਸੀਂ ਇਹਨੂੰ ਜਵਾਈ ਬਣਾਇਆ ਜੀ, ਨਾਲੇ ਤੁਸੀਂ ਝੂਠੇ ਭਾਂਡੇ ਮੰਜਵਾਉਂਦੇ ਹੋ, ਤੁਸੀਂ ਚੰਗੇ ਬੰਦੇ ਹੋ। ਉਹ ਕਹਿੰਦੇ ਭਈ ਅਸੀਂ ਕਿਸੇ ਤੋਂ ਨਹੀਂ ਭਾਂਡੇ ਮੰਜਵਾਉਂਦੇ, ਇੱਥੇ ਸੰਗਤ ਮਾਂਜ ਦੀ ਹੈ, ਉਹ ਮਾਂਜ ਰਿਹਾ, ਨਹੀਂ ਉਹਦਾ ਜੀ ਕਰਦਾ ਨਾ ਮਾਂਜੇ। ਅਸੀਂ ਤਾਂ ਨਹੀਂ ਕਿਸੇ ਨੂੰ ਮਜਬੂਰ ਕਰਦੇ ਵੀ ਤੂੰ ਆਹ ਕੰਮ ਕਰ, ਉਹ ਆਪਣੀ ਮੌਜ ਕਰ ਰਿਹਾ, ਤੁਹਾਨੂੰ ਕੀ ਤਕਲੀਫ ਹੈ। ਸੋ ਐਂ ਹੈ ਵੀ ਹਾਂ ਜੀ ਇਹ ਤਾਂ ਗੁਰੂ ਕਾ ਦਾ ਜਵਾਈ ਹੈ, ਇੱਥੇ ਝੂਠੇ ਭਾਂਡੇ ਮਾਂਜੇ ਜੀ। ਅੰਦਰ ਜਾਤ ਦੀ ਹਉਮੈ ਸੀ ਤਾਂ ਉਹਨਾਂ ਨੇ ਕਿਹਾ। ਸੋ ਨਿਸੰਗ ਇਹ ਸੰਗ ਲਾਉਣੀ ਪੈਣੀ ਹੈ, ਬਿਨਾਂ ਕਿਸੇ ਸੰਗ ਸ਼ਰਮ ਦੇ। ਹੇ ਮਨਾ ਤੂੰ ਗੁਰੂ ਦੀ ਸੇਵਾ ਕਰ, ਫਿਰ ਕੀ ਹੋਏਗਾ? ਆਪੇ ਪ੍ਰਸ਼ਨ ਕਰ ਲੈ, ਫਿਰ ਕੀ ਮਿਲੇਗਾ, ਫਿਰ ਕੀ ਹੋਏਗਾ। ਮੰਨ ਲਓ ਅਸੀਂ ਬੱਚੇ ਨੂੰ ਕਹਿੰਦੇ ਭਾਈ ਇਮਤਿਹਾਨ ਨੇੜੇ ਆ ਕੇ ਮਿਹਨਤ ਕਰਿਆ ਕਰੋ। ਸਾਰੀ ਦੀ ਮਿਹਨਤ ਕਿਉਂ ਕਰਨੀ ਹੈ? ਬਈ ਤੁਸੀਂ ਪਾਸ ਹੋ ਜਾਓ, ਇਸ ਲਈ ਆਪੇ ਪ੍ਰਸ਼ਨ ਕਰੋਗੇ ਉੱਤਰ ਤੁਹਾਨੂੰ ਮਿਲੇਗਾ। ਪ੍ਰਸ਼ਨ ਕਰੀ ਜਾਓ ਉੱਤਰ ਲਈ ਜਾਓ, ਪ੍ਰਸ਼ਨ ਕਰੀ ਜਾਓ ਉੱਤਰ ਲਈ ਜਾਓ, ਤੁਹਾਨੂੰ ਉੱਤਰ ਮਿਲ ਜਾਣਾ। ਹਰ ਪ੍ਰਸ਼ਨ ਦਾ ਉੱਤਰ ਵਿੱਚ ਪਿਆ ਇਸ 'ਤੇ। ਹੁਣ ਉਹਨਾਂ ਨੇ ਕਿਹਾ ਮਨ ਰੇ ਸਤਿਗੁਰ ਸੇਵ ਨਿਸੰਗ, ਹੈ ਮਨਾ ਤੂੰ ਬਿਨਾਂ ਕਿਸੇ ਸ਼ਰਮ ਦੇ ਗੁਰੂ ਦੀ ਸੇਵਾ ਕਰ। ਅੱਛਾ ਜੀ, ਜੇ ਮੈਂ ਗੁਰੂ ਦੀ ਸੇਵਾ ਕਰਾਂ ਬਿਨਾਂ ਸ਼ਰਮ ਦੇ ਮੈਨੂੰ ਕੀ ਮਿਲੇਗਾ? ਹਰ ਬੰਦਾ ਚਾਹੁੰਦਾ ਜੋ ਮੈਂ ਕਰ ਉਹਦੇ ਬਦਲੇ ਮੈਨੂੰ ਕੁਛ ਮਿਲੇ। ਜੇ ਉਹਨੂੰ ਕਹਿ ਤੈਨੂੰ ਕੁਛ ਨਹੀਂ ਮਿਲਣਾ, ਆਲੋ ਉੱਥੇ ਹੀ ਛੱਡ ਦੇਗਾ। ਜੇ ਮਿਲਣੇ ਨਹੀਂ ਫਿਰ ਕਾਹਦੀ ਕਰਨੀ? ਹਰ ਬੰਦਾ ਸਵਾਰਥੀ ਹੈ, ਚਾਹੇ ਧਾਰਮਿਕ ਹੈ ਚਾਹੇ ਦੂਸਰਾ ਹੈ। ਧਾਰਮਿਕ ਬੰਦਾ ਵੀ ਜੇ ਸੇਵਾ ਕਰ ਰਿਹਾ ਤਾਂ ਆਪਣੀ ਆਤਮ ਅਵਸਥਾ ਉੱਚੀ ਲਈ ਕਰ ਰਿਹਾ ਹੈ, ਅਤੇ ਦੂਜਾ ਵਿਚਾਰਾ ਮੇਰੇ ਪੁੱਤਰ ਹੋ ਜਾਏ ਅਤੇ ਮੇਰਾ ਫਲਾਣਾ ਅਤੇ ਮੇਰਾ ਉਹ ਇਹ ਭਾਵਨਾ ਲੈ ਕੇ ਸੇਵਾ ਕਰ ਰਿਹਾ। ਨਿਰਸਵਾਰਥ ਕੋਈ ਵੀ ਨਹੀਂ ਹੁੰਦਾ, ਨਿਰਸਵਾਰਥ ਕੋਈ ਨਹੀਂ ਹੁੰਦਾ। ਹਰ ਬੰਦੇ ਦਾ ਕੋਈ ਨਾ ਕੋਈ ਸਵਾਰਥ ਹੁੰਦਾ। ਨਾਮ ਜਪਣ ਵਾਲਾ ਚਲੋ ਸੰਸਾਰ ਨਹੀਂ ਮੰਗਦਾ, ਹੇ ਸੱਚੇ ਪਾਤਸ਼ਾਹ ਮੇਰੀ ਆਤਮਿਕ ਅਵਸਥਾ ਉੱਚੀ ਕਰ, ਹੇ ਸੱਚੇ ਪਾਤਸ਼ਾਹ ਆਪਣੇ ਦਰਸ਼ਨ ਦੇ, ਹੇ ਸੱਚੇ ਪਾਤਸ਼ਾਹ ਮੈਨੂੰ ਜੀਵਨ ਮੁਕਤ ਕਰ, ਜ਼ਰੂਰ ਹੁੰਦਾ। ਹਰ ਬੰਦੇ ਦੀ ਕੋਈ ਨਾ ਕੋਈ ਇੱਛਾ ਹੁੰਦੀ, ਜੋ ਵੀ ਉਹ ਕੰਮ ਕਰੇ ਉਹਦੇ ਮਗਰ ਉਹਦੀ ਇੱਛਾ ਹੈ ਕੋਈ ਵੀ ਮੈਨੂੰ ਆਹ ਮਿਲੇ। ਉਹ ਮਿਲੇ ਨਾ ਮਿਲੇ ਉਹ ਗੱਲ ਵੱਖਰੀ ਹੈ। ਹੁਣ ਇਸ ਲਈ ਤੁਸੀਂ ਪ੍ਰਸ਼ਨ ਕਰਨਾ ਵੀ ਜੇ ਮੈਂ ਜੀ ਬਿਨਾਂ ਸੰਗ ਦੇ ਵੀ ਸੇਵਾ ਕਰਾਂ ਫਿਰ ਮੈਨੂੰ ਕੀ ਮਿਲੇਗਾ? ਉਹ ਕਹਿੰਦਾ ਸਤਿਗੁਰ ਸੇਵਿਆ ਹਰ ਮਨ ਵਸੈ। ਗੁਰੂ ਦੀ ਸੇਵਾ ਕਰਨਾ ਹਰੀ ਮਨ 'ਚ ਵਸ ਜਾਵੇਗਾ। ਲੱਗੇ ਨਾ ਮੈਲ ਪਤੰਗ, ਅਤੇ ਮੈਲ ਰਤੀ ਪਰ ਵੀ, ਪਤੰਗ ਹੁੰਦੇ ਰਤੀ ਪਰ ਵੀ ਤੇਰੇ ਮਨ ਨੂੰ ਮੈਲ ਨਹੀਂ ਲੱਗੇਗੀ। ਤੇਰਾ ਮਨ ਸਾਫ਼ ਹੋ ਜਾਏਗਾ, ਮੈਲ ਤੋਂ ਰਹਿਤ ਹੋ ਜਾਏਗਾ। ਅਤੇ ਮਨ ਨੂੰ ਹੀ ਸਾਫ਼ ਕਰਨਾ ਇਸ ਜ਼ਿੰਦਗੀ ਦਾ ਉਦੇਸ਼। ਜਦੋਂ ਮਨ ਸਾਫ਼ ਹੋ ਗਿਆ ਪਰਮਾਤਮਾ ਨੂੰ ਤਾਂ ਮਿਲ ਹੀ ਜਾਣਾ। ਤਾਂ ਸੇਵਾ ਕਰਨੀ ਗੁਰੂ ਦੀ। ਰਹਾਓ ਸੱਚਾ ਸ਼ਬਦ ਪਤ ਊਪਜੈ, ਸੱਚੇ ਸੱਚਾ ਨਾਮ ਜਿਨੀ ਹਉਮੈ ਮਾਰ ਪਛਾਣਿਆ, ਹੋਂ ਤਿੰਨ ਬਲਿਹਾਰੈ ਜਾਂ। ਮਾਨਮਕ ਸੱਚ ਨਾ ਜਾਣਨੀ, ਤਿੰਨ ਠੌਰ ਨ ਕਤਹੂੰ ਥਾਂ। ਸੱਚਾ ਸ਼ਬਦ ਪਰਮਾਤਮਾ ਦੇ ਨਾਮ ਰਾਹੀਂ ਪਤ ਉਪਜੇ, ਇੱਜ਼ਤ ਮਿਲਦੀ ਹੈ। ਜਿਹੜਾ ਪਰਮਾਤਮਾ ਦਾ ਨਾਮ ਜਪਦਾ ਉਹਨੂੰ ਲੋਕ ਪਰਲੋਕ 'ਚ ਇੱਜ਼ਤ ਮਿਲਦੀ।
ਮੈਂ ਹੈਰਾਨ ਹੁੰਨਾ ਕਿ ਹਰ ਇੱਕ ਚਾਹੁੰਦਾ ਮੇਰੀ ਇੱਜ਼ਤ ਹੋਵੇ। ਕੌਣ ਚਾਹੁੰਦਾ ਮੇਰੀ ਬੇਇੱਜ਼ਤੀ ਹੋਵੇ? ਕੋਈ ਨਹੀਂ ਚਾਹੁੰਦਾ। ਹਰ ਇੱਕ ਇਨਸਾਨ ਦੀ ਇੱਛਾ ਹੈ ਕਿ ਮੇਰੀ ਕੋਈ ਨਾ ਕੋਈ ਇੱਜ਼ਤ ਕਰੇ। ਅਤੇ ਗੁਰਬਾਣੀ ਤੋਂ ਨਾਮ ਜਪੀ ਜੋ ਆਪੇ ਇੱਜ਼ਤ ਹੋਣ ਲੱਗ ਜਾਏਗੀ। ਇਹ ਜਪਣਾ ਨਹੀਂ, ਉਂਝ ਚਾਹੁੰਦਾ ਮੇਰੀ ਇੱਜ਼ਤ ਹੋਵੇ। ਗੁਰਬਾਣੀ ਜੋ ਗੁਰਬਾਣੀ ਲਿਖਿਆ ਉਹ ਤਾਂ ਕਿੰਤੂ ਪਰੰਤੂ ਹੋ ਹੀ ਨਹੀਂ ਸਕਦਾ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬਿਲ। ਇਹ ਤਾਂ ਸੱਚ ਦੀ ਬਾਣੀ ਹੈ, ਇਸ ਤੇ ਤਾਂ ਕਿੰਤੂ ਪਰੰਤੂ ਹੋ ਹੀ ਨਹੀਂ ਸਕਦਾ। ਤਾਂ ਫਿਰ ਜੋ ਬਾਣੀ 'ਚ ਲਿਖਿਆ ਉਹਨੂੰ ਗਰੰਟੀ ਸਮਝਣਾ, ਬਸ ਉਹਨੂੰ ਗਰੰਟੀ ਸਮਝਣਾ ਵੀ ਜੋ ਬਾਣੀ 'ਚ ਲਿਖਿਆ ਵੀ ਐਂ ਕਰ ਤੈਨੂੰ ਆਹ ਮਿਲੂ, ਬਸ ਮਿਲੂ। ਉਹ ਵਿਸ਼ਵਾਸ ਰੱਖ ਕੇ, ਕਿਉਂਕਿ ਬਾਣੀ 'ਤੇ ਵਿਸ਼ਵਾਸ ਗੁਰੂ 'ਤੇ ਵਿਸ਼ਵਾਸ ਹੈ, ਗੁਰੂ 'ਤੇ ਵਿਸ਼ਵਾਸ ਰੱਬ 'ਤੇ ਵਿਸ਼ਵਾਸ ਹੈ। ਕਿ ਬਾਣੀ ਗੁਰੂ ਅਤੇ ਰੱਬ 'ਚ ਕੋਈ ਫਰਕ ਨਹੀਂ ਹੈ। ਜਿਵੇਂ ਖਾਲਸੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਪਰਮਾਤਮਾ 'ਚ ਕੋਈ ਫਰਕ ਨਹੀਂ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਸੱਚੈ ਸ਼ਬਦ ਪਤ ਉਪਜੈ। ਸੱਚੈ ਪਰਮਾਤਮਾ ਦੇ ਸ਼ਬਦ ਨਾਮ ਰਾਹੀਂ, ਦੱਦਣ ਸਹਿਰੇ ਨਾਮ ਰਾਹੀਂ ਪਤ ਉਪਜੈ। ਪਤ ਇਸਤਰੀ ਲਿੰਗ ਹੁਣ ਕੇ ਤੱਤੇ ਨੂੰ ਸਹਿਰੀ ਇੱਜ਼ਤ ਮਿਲਦੀ ਹੈ। ਸੱਚੇ ਸੱਚਾ ਨਾਮ, ਸੱਚੇ ਪਰਮਾਤਮਾ ਦਾ ਨਾਮ ਵੀ ਸੱਚਾ ਹੈ। ਇਸ ਲਈ ਨਾਮ ਜਪਣ ਨਾਲ ਮਨੁੱਖ ਸਚਿਆਰ ਹੋ ਜਾਂਦਾ ਸਮਾਂ ਪਾ ਕੇ। ਸੱਚੇ ਦਾ ਨਾਮ ਸੱਚਾ ਹੈ। ਜਦੋਂ ਅਸੀਂ ਉਹ ਨਾਮ ਜਪੀ ਜਾਂਦੇ ਅਸੀਂ ਵੀ ਸੱਚੇ ਸਚਿਆਰ ਹੋ ਜਾਂਦੇ ਹਾਂ। ਸਚਿਆਰ ਹੀ ਸਚਿਆਰ ਨੂੰ ਮਿਲ ਸਕਦਾ ਹੈ। ਜਦੋਂ ਅਸੀਂ ਸਚਿਆਰ ਹੋ ਜਾਂਗੇ, ਪਰਮਾਤਮਾ ਸਚਿਆਰ ਹੈ, ਸਾਡਾ ਉਹਦੇ ਨਾਲ ਮੇਲ ਹੋ ਜਾਏਗਾ। ਅਸੀਂ ਕੂੜਿਆਰ ਹਾਂ, ਪਰਮਾਤਮਾ ਸਚਿਆਰ ਹੈ, ਇਸ ਲਈ ਉਹਦੇ ਨਾਲ ਮੇਲ ਨਹੀਂ ਹੁੰਦਾ। ਅੰਦਰ ਸਾਡੇ ਕੂੜ ਕਬਾੜ ਹੈ। ਬਾਹਰੋਂ ਠੀਕ ਹੈ, ਵਧੀਆ ਕੱਪੜੇ ਪਾਏ ਨੇ, ਵਧੀਆ ਪੱਗ ਬੰਨੀ, ਠੀਕ ਹੈ, ਸਭ ਬਾਹਰੋਂ ਤਾਂ ਬਸ ਸਭ ਕੁਝ ਵਧੀਆ ਹੈ, ਅੰਦਰ ਕੂੜ ਕਬਾੜ ਹੈ, ਇਸ ਲਈ ਉਹਦੇ ਨਾਲ ਮੇਲ ਨਹੀਂ ਹੁੰਦਾ। ਉਹ ਕਹਿੰਦਾ ਮੈਂ ਗੰਦ ਮੰਦ 'ਤੇ ਪ੍ਰਗਟ ਨਹੀਂ ਹੋਣਾ, ਮੈਂ ਤਾਂ ਸਾਫ ਸੁਥਰੀ ਥਾਂ 'ਤੇ ਪ੍ਰਗਟ ਹੋਣਾ। ਸਾਫ ਸੁਥਰੀ ਥਾਂ ਨਹੀਂ ਕਿਤੇ ਵਿਹੜੇ ਨੂੰ ਪੋਚਾ ਫੇਰ ਲਓ ਅਤੇ ਕਹੋ ਜੀ ਇੱਥੇ ਪ੍ਰਗਟ ਹੋ ਜਾਏ, ਨਹੀਂ। ਉਹ ਮਨ ਨੂੰ ਕਹਿੰਦੇ ਨੇ, ਮਨ ਸਾਫ ਹੋਣਾ ਚਾਹੀਦਾ, ਕਿਉਂਕਿ ਪਰਮਾਤਮਾ ਨੇ ਮਨ 'ਚ ਪ੍ਰਗਟ ਹੋਣਾ। ਮਨ ਸਾਫ ਹੋਣਾ ਚਾਹੀਦਾ। ਉਹ ਦੋ ਗੱਲਾਂ ਨਾਲ ਹੀ ਹੋਏਗਾ, ਸਹੀ ਕਰਮ ਕਰਨ ਨਾਲ ਅਤੇ ਨਾਮ ਜਪਣ ਨਾਲ। ਕਿੰਨੇ ਸਮੇਂ 'ਚ ਸਾਡਾ ਮਨ ਸਾਫ ਹੁੰਦਾ, ਇਹ ਅੱਡ ਅੱਡ ਬੰਦਿਆਂ 'ਤੇ ਨਿਰਭਰ ਕਰਦਾ ਹੈ। ਕਿਸੇ ਦਾ ਜਦੋਂ ਨੇ ਜਨਮ ਲਿਆ ਮਨ ਘੱਟ ਮੈਲਾ ਸੀ, ਉਹ ਛੇਤੀ ਹੀ ਕੁਝ ਸਾਲਾਂ ਬਾਅਦ ਸਾਫ ਹੋ ਗਿਆ। ਕਿਸੇ ਦਾ ਮਨ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆ। ਹੁਣ ਜਿਹਦਾ ਕਾਲਾ ਸ਼ਾਹ ਮਨ ਹੈ ਉਹਨੂੰ ਤਾਂ ਉਸਦਾ 2-3 ਜਨਮ ਲੱਗ ਜਾਣ ਸਾਫ ਹੋਣ 'ਤੇ। ਇਸ ਲਈ ਹਰ ਬੰਦੇ ਦੀ ਆਪਣੀ ਆਪਣੀ ਅਵਸਥਾ ਹੈ। ਦੋ ਬੰਦੇ ਇੱਕੋ ਹੀ ਸਮੇਂ ਭਜਨ ਬੰਦਗੀ ਕਰਨ ਲੱਗਦੇ ਹਨ ਅਤੇ ਇੱਕੋ ਜਿੰਨੀ ਕਰਦੇ ਰਹਿੰਦੇ ਨੇ, ਇੱਕੋ ਜਿੰਨੇ ਸਾਲ ਕਰਦੇ ਰਹਿੰਦੇ ਨੇ, ਉਹਨਾਂ 'ਚ ਇੱਕ ਅੱਗੇ ਲੰਘ ਜਾਏਗਾ, ਦੂਜਾ ਪਿੱਛੇ ਰਹਿ ਜਾਏਗਾ। ਕਿਉਂ? ਇੱਕ ਦੀ ਪਿਛਲੇ ਜਨਮਾਂ ਦੀ ਕਮਾਈ ਜ਼ਿਆਦਾ ਸੀ, ਉਹ ਅੱਗੇ ਲੰਘ ਗਿਆ, ਦੂਜੇ ਦੀ ਪਿਛਲੇ ਜਨਮ ਦੀ ਕਮਾਈ ਘੱਟ ਸੀ, ਉਹ ਪਿੱਛੇ ਰਹਿ ਗਿਆ। ਜਿਹੜਾ ਬੰਦਾ ਪਿਛਲੇ ਜਨਮ 'ਚ MA ਪਾਸ ਸੀ, ਉਹ ਤਾਂ ਜਦੋਂ ਇਸ ਜਨਮ 'ਚ ਪੜ੍ਹਨ ਲੱਗੇਗਾ ਉਹ ਤਾਂ ਫਸਟ ਹੀ ਆਉਂਦਾ ਜਾਏਗਾ। ਹਾਲਾਂਕਿ ਫਲਾਣੇ ਦਾ ਮੁੰਡਾ ਬੜਾ ਹੁਸ਼ਿਆਰ ਹੈ ਜੀ। ਜਿਹੜਾ ਪਿਛਲੇ ਜਨਮ 'ਚ ਪੜ੍ਹੇ ਹੀ ਨਹੀਂ ਸੀ, ਉਹ ਐਤਕੀ 2-4 ਜਮਾਤਾਂ ਪੜ੍ਹ ਕੇ ਹਟ ਜਾਏਗਾ। ਕਿਉਂ? ਪੜ੍ਹੇ ਨਹੀਂ, ਉਹਦੇ ਪੱਲੇ ਕੁਛ ਨਹੀਂ ਸੀ। ਜਿਹੜਾ ਕੋਈ 10 ਜਮਾਤਾਂ ਪਿਛਲੇ ਜਨਮ 'ਚ ਪੜ੍ਹਿਆ ਸੀ, ਉਹ ਐਤਕੀ 8ਵੀਂ ਕਿਤੇ ਪੜ੍ਹ ਜਾਏਗਾ, ਬਸ ਰੋ ਧੋ ਕੇ ਹਟ ਜਾਏਗਾ। ਜਿਹੜਾ ਕੋਈ BA ਸੀ, ਰੋ ਧੋ ਕੇ +2 ਕਰ ਜਾਏਗਾ। ਜਿਹੜਾ MA ਸੀ, ਉਹਨੇ ਪੜ੍ਹ ਜਾਣਾ ਵੀ। ਜੇ PhD ਸੀ ਤਾਂ ਫਿਰ ਬਹੁਤ ਹੀ ਪੜ੍ਹੇਗਾ ਉਹ, ਕਿਉਂਕਿ ਮਗਰ ਅਗਲੀ ਪੜ੍ਹਾਈ ਸਾਰੀ ਨਾਲ ਆ ਗਈ ਹੈ। ਇੱਥੇ ਪਤਾ ਲੱਗਦਾ ਕੋਈ ਬੱਚਾ ਕਮਜ਼ੋਰ ਹੈ ਅਤੇ ਇਹਦਾ ਮਤਲਬ ਪਿਛਲੇ ਜਨਮ ਦੀ ਗੁੰਨੇ ਸੀ ਗੱਲ, ਬਸ ਇਹ ਪੜ੍ਹਿਆ ਕੋਈ ਨਹੀਂ ਸੀ, ਬਸ ਉਹਦਾ ਫਿਰ ਜੀਅ ਨਹੀਂ ਕਰਦਾ, ਉਹਦੇ ਪੱਲੇ ਹੀ ਕੁਛ ਨਹੀਂ ਹੁੰਦਾ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਜਿਨੀ ਹਉਮੈ ਮਾਰ ਪਛਾਣਿਆ, ਜਿਨ੍ਹਾਂ ਨੇ ਆਪਣੇ ਅੰਦਰੋਂ ਹਉਮੈ ਖਤਮ ਕਰਕੇ ਪਰਮਾਤਮਾ ਨੂੰ ਪਹਿਚਾਣ ਲਿਆ। ਹੋਂ ਤਿੰਨ ਬਲਿਹਾਰੈ ਜਾਂ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ। ਜਦੋਂ ਹੋਂ ਆ ਜੇ, ਮੈਂ ਆ ਜੇ, ਫਿਰ ਅੱਗੇ ਜਿਹੜੀ ਕਿਰਿਆ ਹੁੰਦੀ ਹੈ ਉਹ ਨਕਰੇ ਬੋਲੀ ਜਾਂਦੀ ਹੈ। ਜੇ ਤੁਸੀਂ ਪੜ੍ਹੋਗੇ ਹੋਂ ਤਿੰਨ ਬਲਿਹਾਰੈ ਜਾਓ, ਇਹ ਗ੍ਰਾਮੈਟੀਕਲੀ ਗਲਤ ਹੋ ਜਾਏਗਾ। ਜਾਓ ਦਾ ਮਤਲਬ ਹੈ ਤੁਸੀਂ ਜਾਓ, ਉਹ ਦੂਸਰੇ ਲਈ ਹੁੰਦਾ।
ਰਾਮ ਸਿੰਘ ਤੂੰ ਜਿਹੜਾ ਅੰਬਾਲੇ ਜਾਓ ਉਹਨੇ ਜਾਣਾ, ਜਦੋਂ ਆਪਣੇ ਲਈ ਆਉਣਾ ਫਿਰ ਜਾਉਂ ਆਏਗਾ, ਫਿਰ ਬਿੰਦੀ ਨਾਲ ਆਵੇਗਾ। ਸੋ ਇਸ ਲਈ ਤਾਂ ਇਸ ਖਿਆਲ ਰੱਖੇ ਇੱਥੇ ਹਉਂ ਆ ਗਿਆ। ਹਉਂ ਦਾ ਪਤਾ ਮੈਂ ਹਉਂ ਤਿੰਨ ਬਲਿਹਾਰੈ ਜਾਉਂ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਮਨਮੁਖ ਸੱਚ ਨਾ ਜਾਣਣੀ, ਤਿੰਨ ਠੌਰ ਨਾ ਕਤਹੂੰ ਥਾਉ। ਜਿਹੜੇ ਮਨਮੁਖ ਨੇ ਇਹ ਤਾਂ ਰੱਬ ਨੂੰ ਜਾਣਦੇ ਹੀ ਨਹੀਂ ਹੈਗੇ। ਉਹਨਾਂ ਨੂੰ ਇਸ ਸੰਸਾਰ 'ਚ ਰਹਿਣ ਲਈ, ਜੰਮਣ ਮਰਨ ਦੇ ਚੱਕਰ ਤੋਂ ਬਚਣ ਲਈ ਕੋਈ ਉਹਨੂੰ ਥਾਂ ਨਹੀਂ ਮਿਲਦੀ, ਕੋਈ ਠੌਰ ਕਤੋਂ ਕਿਤੇ ਵੀ ਥਾਂ, ਕੋਈ ਥਾਂ ਨਹੀਂ। ਉਹ ਕਦੇ ਕਿਸੇ ਜੂਨੀ 'ਚ, ਕਦੇ ਕਿਸੇ ਜੂਨੀ, ਕਦੇ ਕਿਸੇ ਜੂਨੀ 'ਚ ਉਹ ਭਟਕਦੇ ਹੀ ਰਹਿੰਦੇ ਨੇ। ਸੱਚ ਖਾਣਾ, ਸੱਚ ਪਹਿਨਣਾ, ਸੱਚੇ ਹੀ ਵਿੱਚ ਵਾਸ, ਸਦਾ ਸੱਚ ਸਲਾਹਣਾ, ਸੱਚੇ ਸ਼ਬਦ ਨਿਵਾਸ। ਸਭ ਆਤਮ ਰਾਮ ਪਛਾਣਿਆ, ਗੁਰਮਤੀ ਨਿਜ ਕਰ ਵਾਸ। ਸੱਚ ਖਾਣਾ, ਜਿਨ੍ਹਾਂ ਦੇ ਜੀਵਨ 'ਚ ਸੱਚ ਹੀ ਭੋਜਨ ਹੈ, ਪਰਮਾਤਮਾ ਦਾ ਨਾਮ ਹੀ ਭੋਜਨ ਹੈ। ਜਿਵੇਂ ਸਾਡੇ ਲਈ ਭੋਜਨ ਜ਼ਰੂਰੀ ਹੈ, ਇਸ ਲਈ ਪਰਮਾਤਮਾ ਦਾ ਨਾਮ ਵੀ ਸਾਡੇ ਲਈ ਜ਼ਰੂਰੀ ਹੈ। ਜਿਵੇਂ ਭੋਜਨ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ, ਜਦੋਂ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਡਾ ਨਾ ਗੁਜ਼ਾਰਾ ਹੋਇਆ, ਉਦੋਂ ਸਮਝੋ ਪਰਮਾਤਮਾ ਦੇ ਨਾਮ ਭੋਜਨ ਹੈ। ਸੱਚ ਖਾਣਾ, ਸੱਚ ਪਹਿਨਣਾ, ਸੱਚੇ ਹੀ ਵਿੱਚ ਵਾਸ। ਜਿਹੜੇ ਪਰਮਾਤਮਾ ਦੇ ਨਾਮ ਰੂਪੀ ਭੋਜਨ ਖਾਂਦੇ ਨੇ, ਜਿਹੜੇ ਪਰਮਾਤਮਾ ਦੇ ਨਾਮ ਰੂਪੀ ਕੱਪੜੇ ਪਹਿਨਦੇ ਨੇ, ਜਿਹੜੇ ਪਰਮਾਤਮਾ ਦੇ ਨਾਮ ਵਿੱਚ ਹੀ ਨਿਵਾਸ ਕਰਦੇ ਨੇ, ਪਰ ਜਿਹਨਾਂ ਦਾ ਮਨ ਹਰ ਵਕਤ ਪਰਮਾਤਮਾ ਦੇ ਨਾਮ 'ਚ ਰਹਿੰਦਾ ਹੈ। ਸਦਾ ਸੱਚ ਸਲਾਹਣਾ, ਉਹ ਜਿਹੜੇ ਸਦਾ ਹੀ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਰਹਿੰਦੇ ਹਨ। ਸੱਚਾ ਸ਼ਬਦ ਨਿਵਾਸ, ਪਰਮਾਤਮਾ ਦੇ ਨਾਮ ਰਾਹੀਂ ਉਹਨਾਂ ਦਾ ਪਰਮਾਤਮਾ ਦੇ ਵਿੱਚ ਨਿਵਾਸ ਹੋ ਜਾਂਦਾ ਹੈ। ਸਭ ਆਤਮ ਰਾਮ ਪਛਾਣਿਆ, ਫਿਰ ਉਹਨਾਂ ਸਾਰਿਆਂ ਦਾ ਜਿਹੜਾ ਪਰਮਾਤਮਾ ਆਤਮ ਰਾਮ ਪਰਮਾਤਮਾ, ਫਿਰ ਉਹ ਸਾਰੇ ਦੇ ਪਰਮਾਤਮਾ ਨੂੰ ਵੇਖ ਲੈਂਦੇ, ਹਰ ਇੱਕ 'ਚ ਪਰਮਾਤਮਾ ਵਸਦਾ ਹੈ। ਹੁਣ ਤਾਂ ਆਪਾਂ ਨੂੰ ਕੋਈ ਕੁੱਤਾ ਦਿਸ ਰਿਹਾ, ਕੋਈ ਸ਼ੇਰ ਦਿਸ ਰਿਹਾ, ਕੋਈ ਬਾਂਦਰ, ਕੋਈ ਗਿੱਦੜ, ਕੋਈ ਕੁਛ, ਫਿਰ ਉਹ ਨਹੀਂ, ਫਿਰ ਬਾਹਰਲੀ ਖੱਲੜੀ ਨਹੀਂ ਦਿਸਦੀ, ਅੰਦਰੋਂ ਦਿਸਣ ਲੱਗ ਜਾਂਦਾ, ਫਿਰ ਅੰਦਰ ਦਿਸਣ ਲੱਗ ਜਾਂਦਾ। ਜਿਵੇਂ ਐਕਸਰੇ ਹੈ, ਤੁਸੀਂ ਪੇਟ ਦਾ ਅਲਟਰਾਸਾਊਂਡ ਕਰਾਉਣਾ ਹੈ, ਕੋਈ ਐਕਸਰੇ ਲਵਾਉਣਾ ਹੈ, ਉਹਦੇ ਬਾਹਰਲਾ ਪੇਟ ਨਹੀਂ ਆਉਂਦਾ, ਅੰਦਰ ਲਾਉਂਦਾ, ਅੰਦਰ ਕੀ ਕੁਛ ਹੈ, ਅੰਦਰ ਕੀ ਕੁਛ ਹੈ ਉਹ ਆ ਜਾਂਦਾ ਉਹਦੇ 'ਚ। ਬਾਹਰੋਂ ਨਹੀਂ ਦਿਸ ਰਿਹਾ ਉਸ 'ਚ, ਬਾਹਰੋਂ ਤਾਂ ਆਪਾਂ ਇਹਨਾਂ ਅੱਖਾਂ ਨਾਲ ਦਿਸਦਾ, ਜਦੋਂ ਉਹ ਖਿੱਚਿਆ ਜਾਂਦਾ ਫਿਰ ਅੰਦਰੋਂ ਦਿਸਦਾ। ਇਸੇ ਤਰ੍ਹਾਂ ਹੀ ਜਦੋਂ ਪਰਮਾਤਮਾ ਪ੍ਰਗਟ ਹੋ ਜਾਂਦਾ ਆਪਣੇ ਅੰਦਰ, ਫਿਰ ਸਾਰਿਆਂ ਦੇ ਵਿੱਚ ਪਰਮਾਤਮਾ ਹੀ ਦਿਸਦਾ, ਬਾਹਰਲੀ ਖੱਲੜੀ ਵੱਲ ਤਾਂ ਉਹਦਾ ਖਿਆਲ ਹੀ ਨਹੀਂ ਜਾਂਦਾ। ਹੁਣ ਤਾਂ ਵਿੱਚ ਬੈਠਾ ਪਰਮਾਤਮਾ ਦਿਸ ਰਿਹਾ ਹੁੰਦਾ, ਫਿਰ ਉਹਨੂੰ ਸ਼ੇਰ ਨਹੀਂ ਦਿਸਦਾ, ਉਹਨੂੰ ਪਰਮਾਤਮਾ ਨੇ ਸ਼ੇਰ ਦਾ ਰੂਪ ਧਾਰਨ ਕੀਤਾ ਆ ਰਿਹਾ। ਹੁਣ ਪਰਮਾਤਮਾ ਨੇ ਸਾਨੂੰ ਕੀ ਕਹਿਣਾ? ਇਸ ਲਈ ਸਾਧੂਆਂ ਨੂੰ ਸ਼ੇਰ ਨਹੀਂ ਮਾਰਦਾ, ਸਾਧੂਆਂ ਨੂੰ ਸੱਪ ਨਹੀਂ ਲੜਦਾ, ਸਾਧੂਆਂ ਨੂੰ ਕੋਈ ਬਘਿਆੜ ਨਹੀਂ ਮਾਰਦਾ, ਨੋ, ਕਿਉਂਕਿ ਸਾਧੂ ਵਿੱਚ ਵੀ ਰੱਬ ਬੈਠਾ ਹੈ ਅਤੇ ਉਹਨਾਂ 'ਚ ਵੀ ਰੱਬ ਹੈ, ਅਤੇ ਰੱਬ ਨੇ ਰੱਬ ਨੂੰ ਕੀ ਕਹਿਣਾ? ਇਸ ਕਰਕੇ ਜੰਗਲਾਂ 'ਚ ਕਦੇ ਵੀ ਨਹੀਂ ਆਇਆ, ਜੰਗਲਾਂ 'ਚ ਸਦੀਆਂ ਤੋਂ ਸਾਧੂ ਰਹਿ ਰਹੇ ਨੇ, ਕਦੇ ਵੀ ਨਹੀਂ ਆਇਆ ਵੀ ਕਿਸੇ ਸਾਧੂ ਨੂੰ ਕਿਸੇ ਸ਼ੇਰ ਨੇ ਜਾਂ ਬਘਿਆੜ ਨੇ ਆ ਕੇ ਖਾ ਲਿਆ ਜਾਂ ਸੱਪ ਨੇ ਡੰਗ ਮਾਰਿਆ ਹੋਵੇ, ਨੋ, ਕਿਤੇ ਵੀ ਨਹੀਂ ਹੈ। ਕਿਉਂ? ਉਹਨਾਂ ਨੂੰ ਸੱਪ ਹੀ ਨਹੀਂ ਦਿਸ ਰਿਹਾ, ਅਤੇ ਸੱਪ ਨੂੰ ਉਹ ਬੰਦਾ ਨਹੀਂ ਦਿਸ ਰਿਹਾ, ਉਹਨੂੰ ਸਾਧੂ ਦਿਸ ਰਿਹਾ ਹੁੰਦਾ, ਕਿ ਪਰਮਾਤਮਾ ਦੇ ਸਾਰਿਆਂ ਦੇ ਵਿੱਚ ਵਸਦਾ ਨਾ। ਜਦੋਂ ਸਾਧੂ ਨੂੰ ਸੱਪ ਨਹੀਂ ਦਿਸ ਰਿਹਾ ਤਾਂ ਪਰਮਾਤਮਾ ਸੱਪ 'ਤੇ ਵੀ ਕਿਰਪਾ ਕਰ ਦਿੰਦਾ ਹੈ ਕਿ ਤੈਨੂੰ ਬੰਦਾ ਨਹੀਂ ਦਿਸਣਾ ਚਾਹੀਦਾ, ਮੈਂ ਦਿਸਣਾ ਚਾਹੀਦਾ ਤੈਨੂੰ, ਅਤੇ ਉਹਨੂੰ ਰੱਬ ਦਿਸ ਰਿਹਾ ਹੁੰਦਾ, ਇਸ ਨੂੰ ਕੁਛ ਨਹੀਂ ਕਹਿੰਦਾ। ਇਹ ਜੰਗਲੀ ਜਾਨਵਰ ਤਾਂ ਕੋਲ ਆ ਕੇ ਬੈਠੇ ਰਹਿੰਦੇ ਨੇ, ਸਗੋਂ ਇਹ ਤਾਂ ਕੋਲ ਆ ਕੇ ਬੈਠੇ ਰਹਿੰਦੇ ਸਾਧੂਆਂ ਦੇ, ਕਹਿੰਦੇ ਕੁਛ ਨਹੀਂ ਹੈਗੇ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਉਹਨਾਂ ਲਈ ਸੱਚ ਹੀ ਭੋਜਨ ਹੈ, ਸੱਚ ਹੀ ਪੁਸ਼ਾਕ ਹੈ, ਸੱਚ ਦੇ ਵਿੱਚ ਹੀ ਵਾਸ ਕਰਦੇ ਨੇ, ਸਦਾ ਸਿਫਤ ਸਲਾਹ ਪਰਮਾਤਮਾ ਦੀ ਕਰਦੇ ਰਹਿੰਦੇ ਨੇ, ਨਾਮ ਰਾਹੀਂ ਪਰਮਾਤਮਾ 'ਚ ਉਹਨਾਂ ਦਾ ਨਿਵਾਸ ਹੋ ਜਾਂਦਾ, ਸਾਰੇ ਪਾਸੇ ਪਰਮਾਤਮਾ ਨੂੰ ਹੀ ਪਹਿਚਾਣਦੇ ਹਨ। ਗੁਰਮਤੀ ਨਿਜ ਘਰ ਵਾਸਤੇ, ਗੁਰੂ ਦੀ ਮੱਤ 'ਤੇ ਚੱਲ ਕੇ ਨਿਜ ਘਰ, ਆਪਣਾ ਘਰ, ਅਸਲੀ ਘਰ,
ਸਾਡਾ ਅਸਲੀ ਘਰ ਪਰਮਾਤਮਾ ਦਾ ਘਰ ਹੈ। ਅਸੀਂ ਪਰਮਾਤਮਾ ਦੇ ਘਰ 'ਚ ਨਿਵਾਸ ਕਰਦੇ ਹਾਂ। ਸੱਚ ਵੇਖਣ, ਸੱਚ ਬੋਲਣਾ, ਤਨ ਮਨ ਸੱਚਾ ਹੋਏ। ਸੱਚੀ ਸਾਖੀ ਉਪਦੇਸ਼ ਸੱਚ, ਸੱਚੇ ਸੱਚੀ ਸੋਏ। ਜਿਨੀ ਸੱਚ ਵਿਸਾਰਿਆ, ਸੇ ਦੁਖੀਏ ਚੱਲੇ ਰੋਏ। ਕਹਿੰਦੇ ਜਿਨ੍ਹਾਂ ਸੱਚ ਵੇਖਣ, ਜਿਹੜੇ ਹਰ ਥਾਂ 'ਤੇ ਪਰਮਾਤਮਾ ਨੂੰ ਹੀ ਵੇਖਦੇ ਹਨ। ਸੱਚ ਬੋਲਣਾ, ਜਿਨ੍ਹਾਂ ਦੀ ਜ਼ੁਬਾਨ 'ਤੇ ਪਰਮਾਤਮਾ ਦਾ ਨਾਮ ਹੀ ਵਸ ਗਿਆ ਹੈ। ਉਹਨਾਂ ਦਾ ਕੀ ਹੈ? ਤਨ ਮਨ ਸੱਚਾ। ਉਹਦਾ ਨਾਲ ਤਨ ਅਤੇ ਮਨ ਸੱਚਾ ਸੁੱਚਾ ਹੋ ਜਾਂਦਾ ਹੈ। ਸੱਚੀ ਸਾਖੀ ਉਪਦੇਸ਼ ਸੱਚ, ਸੱਚੇ ਸੱਚੀ ਸੋਏ। ਉਹ ਸੱਚੀ ਸਿੱਖਿਆ ਦਿੰਦੇ ਨੇ, ਉਹ ਸੱਚਾ ਹੀ ਉਪਦੇਸ਼ ਦਿੰਦੇ ਨੇ, ਅਤੇ ਉਹਨਾਂ ਦੀ ਜਿਹੜੀ ਵਡਿਆਈ ਹੈ ਉਹ ਵੀ ਸੱਚੀ ਸਦਾ ਰਹਿਣ ਵਾਲੀ। ਅਤੇ ਸਦਾ ਰਹਿਣ ਵਾਲੀ ਉਹਨਾਂ ਪਰਮਾਤਮਾ ਦੇ ਦਰ ਤੋਂ ਵਡਿਆਈ ਮਿਲ ਜਾਂਦੀ। ਜਿਨੀ ਸੱਚ ਵਿਸਾਰਿਆ, ਸੇ ਦੁਖੀਏ ਚੱਲੇ ਰੋਏ। ਅਤੇ ਜਿਨ੍ਹਾਂ ਨੇ ਪਰਮਾਤਮਾ ਨੂੰ ਭੁਲਾ ਦਿੱਤਾ, ਉਹ ਇੱਥੋਂ ਦੁਖੀ ਹੋ ਕੇ ਸੰਸਾਰ ਤੋਂ ਜਾਂਦੇ ਹਨ। ਇੱਥੇ ਵੀ ਦੁੱਖ ਭੋਗਦੇ ਰਹਿੰਦੇ ਨੇ ਅਤੇ ਅੱਗੇ ਵੀ ਜਾ ਕੇ ਦੁੱਖ ਭੋਗਦੇ ਹਨ। ਸਤਿਗੁਰ ਜਿਨੀ ਨਾ ਸੇਵਿਓ, ਸੇ ਕਿਤ ਆਏ ਸੰਸਾਰ। ਜਮਦਰ ਬੱਧੇ ਮਾਰੀਐ, ਕੂਕ ਨਾ ਸੁਣੈ ਪੁਕਾਰ। ਬਿਰਥਾ ਜਨਮ ਗਵਾਇਆ, ਮਰ ਜੰਮੈ ਵਾਰੋ ਵਾਰ। ਸਤਿਗੁਰ ਜਿਨੀ ਨਾ ਸੇਵਿਓ, ਇਹ ਬਹੁਵਚਨ ਹੈ ਜਿਨੀ। ਸਤਿਗੁਰ ਜਿਨੀ ਨਾ ਸੇਵਿਓ, ਜਿਨ੍ਹਾਂ ਨੇ ਗੁਰੂ ਦੀ ਸੇਵਾ ਹੀ ਨਹੀਂ ਕੀਤੀ, ਗੁਰੂ ਦੇ ਆਖੇ ਹੀ ਨਹੀਂ ਲੱਗੇ। ਸੇ ਕਿਤ ਆਏ ਸੰਸਾਰ, ਉਹ ਕਾਹਦੇ ਲਈ ਸੰਸਾਰ 'ਚ ਆਏ? ਭਾਵ ਉਹਨਾਂ ਦਾ ਸੰਸਾਰ 'ਚ ਆਉਣਾ ਹੀ ਵਿਅਰਥ ਹੈ। ਅਗਲਾ ਕਹਿੰਦਾ ਤੂੰ ਕਾਹਦੇ ਲਈ ਆਇਆ ਵੀ ਹੈ, ਵੀ ਤੂੰ ਕੀਤਾ ਤਾਂ ਹੈ ਨਹੀਂ ਕੁਛ ਆ ਕੇ। ਜਿਨ੍ਹਾਂ ਨੇ ਗੁਰੂ ਦੀ ਸੇਵਾ ਨਹੀਂ ਕੀਤੀ, ਜਿਹੜੇ ਗੁਰੂ ਦੇ ਆਖੇ ਨਹੀਂ ਲਾਏ, ਉਹ ਤਾਂ ਸੰਸਾਰ 'ਚ ਵਿਅਰਥ ਹੋਏ। ਇਹੋ ਜਿਹੇ ਫਿਰ ਕੀ ਹੁੰਦਾ? ਜਮਦਰ ਬੱਧੇ ਮਾਰੀਆਂ। ਜਮ ਆਪਣੇ ਲੈ ਜਮਪੁਰੀ 'ਚ, ਫਿਰ ਉਹਨੂੰ ਬੰਨ੍ਹ ਕੇ ਕੁੱਟਦੇ ਨੇ ਵੀ ਨਹੀਂ ਤਾਂ ਇੱਧਰ ਉੱਧਰ ਨੂੰ ਹੋਈ ਜਾਊਗਾ ਇਹ। ਅਸੀਂ ਕਈ ਵਾਰੀ ਵਿਦਿਆਰਥੀ ਥੱਪੜ ਥੱਪੜ ਲਾਣੇ ਦੇ ਨਾ, ਆਪਣਾ ਜਿਹੜਾ ਪੈਰ ਹੈ ਉਹਦੇ ਪੈਰ 'ਤੇ ਰੱਖ ਲੈਂਦੇ ਸੀ ਵੀ ਜਾਂਦਾ ਕਿੱਥੇ ਹੈ, ਨਹੀਂ ਤਾਂ ਕਦੇ ਇੱਧਰ ਨੂੰ ਕਦੇ ਇੱਧਰ ਨੂੰ ਹੋ ਜਾਂਦਾ। ਉਹਦੇ ਪੈਰ 'ਤੇ ਆਪਣਾ ਬੂਟ ਰੱਖ ਲੈਣਾ, ਫਿਰ ਇੱਕ ਹੱਥ ਨਾਲ ਉਹਦੀ ਬਾਂਹ ਫੜ ਲੈਣੀ, ਦੂਜੇ ਨਾਲ ਉਹਦੇ ਥੱਪੜ ਮਾਰਨੇ, ਤਾਂ ਸੀ। ਫਿਰ ਐਵੇਂ ਜਮ ਜਿਹਨੇ ਬੰਨ੍ਹ ਕੇ ਕੁੱਟਦੇ ਨੇ ਵੀ ਨਹੀਂ ਤਾਂ ਕਦੇ ਨਹੀਂ ਇੱਧਰ ਨੂੰ ਹੋ ਜਾਏ, ਕਦੇ ਇੱਧਰ ਨੂੰ ਬੰਨ੍ਹ ਲਓ ਇਹਨੂੰ। ਹਾਂਜੀ, ਜਾਂਦਾ ਕਿੱਥੇ ਹੈ ਤੂੰ? ਕੂਕ ਨਾ ਸੁਣੇ ਪੁਕਾਰੋ, ਰੋਂਦੇ ਨੇ, ਕੂਕਾਂ ਮਾਰਦੇ ਨੇ। ਪੁਕਾਰ ਕੌਣ ਸੁਣਦਾ? ਉੱਥੇ ਹੀ ਨਹੀਂ ਕੋਈ ਸੁਣਨ ਵਾਲਾ। ਬਾਪੂ ਬੇਬੇ ਤਾਂ ਇੱਥੇ ਰਹਿ ਗਏ, ਅਤੇ ਜੋ ਸੁਣ ਵੀ ਲੈਣ ਉਹ ਛੁਡਾ ਨਹੀਂ ਸਕਦੇ। ਉਹਨਾਂ 'ਚ ਇੰਨੀ ਤਾਕਤ ਕੋਈ ਨਹੀਂ ਹੈ, ਉਹਨਾਂ 'ਚ ਇੰਨੀ ਤਾਕਤ ਨਹੀਂ। ਬਿਰਥਾ ਜਨਮ ਗਵਾਇਆ, ਇਹੋ ਜਿਹੇ ਨੇ ਜਨਮ ਹੀ ਆਪਣਾ ਵਿਅਰਥ ਗਵਾ ਲਿਆ। ਮਰ ਜੰਮੇ ਵਾਰੋ ਵਾਰ, ਉਹ ਵਾਰੀ ਵਾਰੀ ਜੰਮਦੇ ਰਹਿੰਦੇ ਨੇ, ਮਰਦੇ ਰਹਿੰਦੇ ਨੇ, ਜੰਮਦੇ ਰਹਿੰਦੇ ਨੇ, ਮਰਦੇ ਰਹਿੰਦੇ ਨੇ। ਇਹ ਜਗ ਜਲਤਾ ਦੇਖ ਕੇ ਭਜ ਪਏ ਸਤਿਗੁਰ ਸ਼ਰਨਾ। ਸਤਿਗੁਰ ਸੱਚ ਦਿੜਾਇਆ, ਸਦਾ ਸੱਚ ਸੰਜਮ ਰਹਿਣਾ। ਸਤਿਗੁਰ ਸੱਚਾ ਹੈ ਬੋਹਿਥ, ਸ਼ਬਦੇ ਭਵਜਲ ਤਰਨਾ। ਇਹ ਜਗ ਜਲਤਾ ਦੇਖ ਕੇ ਕਈਆਂ ਨੇ ਦੇਖਿਆ ਸੰਸਾਰ ਬੁਰਾਈਆਂ ਦੇ ਵਿੱਚ ਸੜ ਰਿਹਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਬਹੁਤ ਜ਼ਿਆਦਾ ਹੈ। ਇਹ ਸੰਸਾਰ ਤੇ ਬੁਰਾਈਆਂ ਕਾਰਨ ਸੜ ਰਿਹਾ ਹੈ। ਭੱਜ ਕੇ ਕਹਿੰਦੇ ਗੁਰੂ ਦੀ ਸ਼ਰਨ 'ਚ ਆ ਕੇ ਵੀ ਗੁਰੂ ਹੀ ਸਾਨੂੰ ਇਸ ਅੱਗ ਤੋਂ ਬਚਾ ਸਕਦਾ ਹੈ। ਜਦੋਂ ਗੁਰੂ ਦੀ ਸ਼ਰਨ 'ਚ ਆ ਗਏ, ਇੱਕ ਹੁੰਦਾ ਗੁਰੂ ਦੇ ਕੋਲ ਆਉਣਾ, ਇੱਕ ਹੁੰਦਾ ਗੁਰੂ ਦੀ ਸ਼ਰਨ 'ਚ ਆਉਣਾ। ਬੜਾ ਫਰਕ ਹੈ ਦੋਨਾਂ ਦਾ। ਗੁਰੂ ਦੇ ਕੋਲ ਤਾਂ ਆਪਾਂ ਸਾਰੇ ਹੁਣ ਬੈਠੇ ਹਾਂ, ਮੈਂ ਜ਼ਿਆਦਾ ਹੀ ਨੇੜੇ ਬੈਠਾ। ਨੇੜੇ ਜਾਂ ਦੂਰ ਬਹਿਣ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇੱਕ ਹੁੰਦਾ ਸ਼ਰਨ, ਬਈ ਹੈ ਸੱਚੇ ਪਾਤਸ਼ਾਹ, ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਹੀ ਕਰਾਂਗਾ, ਔਖਾ ਹੋਵਾਂ ਸੌਖਾ ਹੋਵਾਂ, ਜਿਵੇਂ ਤੁਸੀਂ ਕਹੋਗੇ ਉਵੇਂ ਹੀ ਕਰਾਂਗਾ। ਇਹ ਹੈ ਸ਼ਰਨ 'ਚ ਆਉਣਾ। ਅਤੇ ਗੁਰੂ ਮਹਾਰਾਜ ਭਾਈ ਸਵੇਰੇ 3 ਵਜੇ ਉੱਠਣਾ, ਨਹਾ ਧੋ ਕੇ 2.5 ਘੰਟੇ ਸਿਮਰਨ ਕਰਨਾ, 7 ਬਚਨ ਦੀ। ਉੱਠਣਾ ਹੀ ਉੱਠਣਾ, ਫਿਰ ਨਹਾਉਣਾ ਹੀ ਨਹਾਉਣਾ, 2.5 ਘੰਟੇ ਸਿਮਰਨ ਕਰਨਾ ਹੀ ਕਰਨਾ। ਊਂਘ ਆਉਂਦੀ ਹੈ ਜੋ ਮਰਜ਼ੀ ਪਿਆ ਵੇ ਕਰਨੇ, ਕਿਉਂ? ਜਿਵੇਂ ਤੁਸੀਂ ਕਹੋਗੇ ਜੀ ਉਵੇਂ ਹੀ ਕਰਾਂਗਾ। ਉਹਦੇ ਫਿਰ ਕਾਰਵਾਈ
2.5 ਘੰਟੇ ਤੇ ਹਰ ਇੱਕ ਸਿੱਖ ਨੇ ਘੱਟ ਤੋਂ ਘੱਟ ਭਜਨ ਬੰਦਗੀ ਕਰਨੀ ਹੁੰਦੀ ਹੈ। ਸਿੱਖ ਨੇ ਹਰ ਇੱਕ ਚੀਜ਼ ਦਾ ਦਸਵੰਧ ਕੱਢਣਾ ਹੈ, ਗੁਰੂ ਦੇ ਲੇਖੇ ਲਾਣਾ। ਆਪਣੀ ਕਮਾਈ ਦਾ 10ਵਾਂ ਹਿੱਸਾ ਗੁਰੂ ਦੇ ਲੇਖੇ ਲਾਣਾ, ਆਪਣੀ ਜ਼ਿੰਦਗੀ ਦਾ 10ਵਾਂ ਹਿੱਸਾ ਗੁਰੂ ਦੇ ਲੇਖੇ ਲਾਣਾ। 2.5 ਘੰਟੇ ਭਜਨ ਬੰਦਗੀ ਕਰਨੀ ਹੀ ਕਰਨੀ, ਚਾਹੇ ਸਿਮਰਨ ਕਰੋ, ਚਾਹੇ ਬਾਣੀ ਪੜ੍ਹੋ, ਚਾਹੇ ਬਾਣੀ ਪੜ੍ਹੋ ਤਾਂ ਸਿਮਰਨ ਕਰੋ, ਰਲ ਕੇ ਕਰੋ, ਕਰਨਾ ਹੀ ਕਰਨਾ। ਇਹ ਘੱਟ ਤੋਂ ਘੱਟ ਹੈ, ਵੱਧ ਜਿੰਨਾ ਮਰਜ਼ੀ ਕਰ ਲਓ। ਦਸਵੰਧ ਘੱਟ ਤੋਂ ਘੱਟ ਕੱਢਣਾ ਹੈ, ਵੱਧ ਜਿੰਨਾ ਮਰਜ਼ੀ ਦਾਨ ਕਰ ਦਿਓ। ਔਖਾ ਲੱਗਦਾ ਦਸਵੰਧ ਕੱਢਣਾ। ਇਸੇ ਲਈ ਅਸੀਂ ਬਾਬਿਆਂ ਨੂੰ ਨਹੀਂ ਦਿੰਦੇ, ਬਾਬਰ ਕੇ ਲੈ ਜਾਂਦੇ ਨੇ। ਦਸਮ ਪਾਤਸ਼ਾਹ ਕਹਿੰਦੇ ਦਸਵੰਧ ਜਾਂ ਤੇ ਬਾਬੇ ਕਿਆਂ ਨੂੰ ਦੇ ਦਿਓ, ਨਹੀਂ ਤੇ ਬਾਬਰ ਕੇ ਲੈ ਜਾਣਗੇ। ਚੋਰ ਬਾਬਰ ਕੇ, ਡਾਕੂ ਬਾਬਰ ਕੇ, ਆ ਮਿਲਾਵਟਖੋਰ ਬਾਬਰ ਕੇ, ਰਿਸ਼ਵਤਖੋਰ ਬਾਬਰ ਕੇ, ਇਹ ਤੁਹਾਡਾ ਐਕਸੀਡੈਂਟ ਹੋ ਗਿਆ ਇਹ ਵੀ ਬਾਬਰ ਕੇ, ਪੁਲਿਸ ਵਾਲੇ ਬਾਬਰ ਕੇ, ਵਕੀਲ ਬਾਬਰ ਕੇ। ਤੁਸੀਂ ਟੋਟਲ ਲਿਖੀ ਚੱਲਿਓ, ਤੁਹਾਨੂੰ ਕਿੰਨੀ, ਜਦੋਂ ਤੁਸੀਂ ਨੌਕਰੀ 'ਤੇ ਲੱਗ ਜਾਓ ਤੁਸੀਂ ਆਪਣਾ ਦਸਵੰਧ ਲਿਖੀ ਜਾਓ, ਕੱਢਿਓ ਨਾ ਅਤੇ ਸਾਲ ਬਾਅਦ ਹਿਸਾਬ ਕਰ ਲਿਓ, ਜਿੰਨਾ ਦਸਵੰਧ ਕੱਢਣਾ ਉਹ ਤੋਂ ਵੱਧ ਖਰਚਾ ਤੁਹਾਡਾ ਇਹਨਾਂ ਕੰਮਾਂ 'ਤੇ ਹੋ ਗਿਆ। ਦਸਮ ਕਹੇ ਨਾ ਦਿਓ, ਨਾ ਦਿਓ ਬਾਬੇ ਕਿਆ ਨੂੰ, ਆ ਬਾਬਰ ਕੇ ਲੈ ਗਏ, ਉਹ ਕਿਸੇ ਲੇਖੇ ਹੀ ਕੋਈ ਨਹੀਂ। ਜੇ ਗੁਰੂ ਨੂੰ ਦੇ ਦਿੰਦੇ, ਗੁਰੂ ਨੇ ਕਿਰਪਾ ਕਰ ਦਿੰਦੇ ਸੀ, ਕਾਰੋਬਾਰ 'ਚ ਵਾਧੇ ਕਰ ਦੇਣੇ ਸਨ, ਬਰਕਤ ਪਾ ਦੇਣੀ ਸੀ। ਬਾਬਾ ਜੀ ਬਰਕਤ ਨਹੀਂ ਹੈ, ਖਰਚ ਬੜਾ ਹੁੰਦਾ। ਹਾਂ, ਕਿੰਨਾ ਕੁ ਦਾਨ ਕਰਦੇ ਹੋ, ਕਿੰਨੀ ਕੁ ਭਜਨ ਬੰਦਗੀ ਕਰਦੇ ਹੋ? ਨਾ ਭਜਨ ਬੰਦਗੀ ਕਰਨੀ ਹੈ, ਨਾ ਕੋਈ ਦਵਾਨੀ ਦਾਨ ਕਰਨੀ ਹੈ, ਫਿਰ ਬਰਕਤ ਕਾਹਦੀ ਸੁਆਹ ਹੋਵੇ, ਫਿਰੀ ਜਾਓ ਧੱਕੇ ਖਾਂਦੇ ਹੋਏ। ਇਸ ਲਈ ਗੁਰੂ ਮਹਾਰਾਜ ਕਹਿੰਦੇ ਭੱਜ ਕੇ ਮੈਂ ਗੁਰੂ ਦੀ ਸ਼ਰਨ 'ਚ ਆ ਗਿਆ। ਫਿਰ ਗੁਰੂ ਨੇ ਕੀ ਕੀਤਾ? ਸਤਿਗੁਰ ਸੱਚ ਦ੍ਰਿੜਾਇਆ। ਗੁਰੂ ਨੇ ਕਿਹਾ ਨਾਮ ਜਪਣਾ, ਸਦਾ ਸੱਚ ਸੰਜਮ ਰਹਿਣਾ ਅਤੇ ਸੰਜਮ 'ਚ ਰਹਿਣਾ। ਆਪਣੇ ਸਰੀਰ ਨੂੰ, ਆਪਣੀ ਇੰਦਰੀਆਂ ਨੂੰ ਕੰਟਰੋਲ 'ਚ ਰੱਖਣਾ, ਆਪਣੀਆਂ ਇੰਦਰੀਆਂ ਨੂੰ ਕੰਟਰੋਲ 'ਚ ਰੱਖਣਾ ਅਤੇ ਨਾਮ ਜਪਦੇ ਰਹਿਣਾ। ਜਦੋਂ ਅਸੀਂ ਆਪਣੀਆਂ ਇੰਦਰੀਆਂ ਨੂੰ, ਅੱਖਾਂ ਨੂੰ, ਕੰਨ ਨੂੰ, ਨੱਕ ਨੂੰ, ਮੂੰਹ ਨੂੰ, ਹੱਥ ਨੂੰ, ਪੈਰ ਨੂੰ, ਜਿੰਨੀਆਂ ਸਾਡੀਆਂ ਇੰਦਰੀਆਂ ਜਦੋਂ ਕੰਟਰੋਲ 'ਚ ਰੱਖੇ, ਕੁਝ ਗਲਤ ਹੋ ਹੀ ਨਹੀਂ ਸਕਦਾ। ਮੰਨ ਲਓ ਮੇਰੀ ਅੱਖਾਂ ਮੇਰੇ ਕੰਟਰੋਲ 'ਚ ਨੇ, ਇਹ ਕਿਵੇਂ ਕਿਸੇ ਵੱਲ ਮਾੜਾ ਵੇਖ ਸਕਦੀਆਂ ਜੋ ਕੰਟਰੋਲ 'ਚ ਨਹੀਂ ਹੈਗੀਆਂ? ਕਿਉਂਕਿ ਮਨ ਸਾਡੇ ਕੰਟਰੋਲ 'ਚ ਨਾ ਹੋਣ ਕਰਕੇ ਅੱਖਾਂ ਵੀ ਜਿਹੜੇ ਕੰਟਰੋਲ ਤੋਂ ਬਾਹਰ ਨੇ। ਗੁਰੂ ਨੇ ਕਿਹਾ 2 ਗੱਲਾਂ ਦ੍ਰਿੜ ਕਰਾਤੀਆਂ, ਇੱਕ ਤੇ ਸੱਚ ਦ੍ਰਿੜ ਕਰਾਤਾ। ਉਹੀ ਤਾਂ ਕਹਿੰਦੇ ਨੇ ਜਿਹੜਾ 12 ਸਾਲ ਸੱਚ ਬੋਲੇ ਨਾ, ਉਹਦੇ ਬਾਅਦ ਜੋ ਬੋਲੇਗਾ ਸੱਚ ਹੋ ਜਾਏਗਾ। ਜੇ ਤੁਸੀਂ 12 ਸਾਲ ਝੂਠ ਨਹੀਂ ਨਾ ਬੋਲਦੇ ਤਾਂ ਤੁਹਾਡੀ ਰਸਨਾ ਇੰਨੀ ਪਵਿੱਤਰ ਹੋ ਜਾਏਗੀ ਕਿ ਜੋ ਬੋਲ ਦੇਗੀ ਉਹ ਸੱਚ ਹੋ ਜਾਏਗਾ। ਅਸੀਂ ਬਾਣੀ ਪੜ੍ਹ ਕੇ, ਨਾਮ ਜਪ ਕੇ ਆਪਣੀ ਰਸਨਾ ਪਵਿੱਤਰ ਕਰਦੇ ਹਾਂ, ਫਿਰ ਝੂਠ ਛਾੜ ਬੋਲ ਕੇ ਉਹਨੂੰ ਅਪਵਿੱਤਰ ਕਰ ਲੈਣਾ। ਸਾਡੀ ਰਸਨਾ ਦੇ ਰੱਬ ਬਹਿੰਦੇ ਹੀ ਨਹੀਂ ਹੈ। ਜਿਨ੍ਹਾਂ ਨੂੰ ਵਾਕ ਰਸਨਾ, ਵਾਕ ਸਿੱਧੀ ਪ੍ਰਾਪਤ ਹੁੰਦੀ ਹੈ, ਉਹ ਇਸ ਲਈ ਹੁੰਦੀ ਹੈ ਕਿ ਉਹ ਸੱਚ ਬੋਲਦੇ ਰਹੇ ਅਤੇ ਸਮਾਂ ਆਇਆ ਫਿਰ ਜੋ ਉਹਨਾਂ ਬੋਲਿਆ ਉਹ ਸੱਚ ਹੋ ਗਿਆ। ਉਹਨਾਂ ਨਾਮ ਜਪ ਜਪ ਕੇ ਆਪਣੀ ਰਸਨਾ ਨੂੰ ਇੰਨਾ ਪਵਿੱਤਰ ਕਰ ਲਿਆ ਕਿ ਰਸਨਾ ਨੇ ਜੇ ਵਰ ਦਿੱਤਾ ਤਾਂ ਵੀ ਦਿੱਤਾ, ਜੇ ਸ਼ਰਾਪ ਦਿੱਤਾ ਤਾਂ ਵੀ ਦਿੱਤਾ, ਪਰਮਾਤਮਾ ਪੂਰਾ ਕਰ ਦੇਣਾ ਹੈ। ਕਿਉਂਕਿ ਨਾਮ ਪਰਮਾਤਮਾ ਉਹਦੀ ਰਸਨਾ 'ਤੇ ਬਹਿ ਜਾਂਦਾ ਅਤੇ ਪਰਮਾਤਮਾ ਜੋ ਕਹੇਗਾ ਫਿਰ ਉਸ ਤਰ੍ਹਾਂ ਹੋ ਜਾਣਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਭਾਈ ਇੱਕ ਤਾਂ ਨਾਮ ਜਪਣਾ, ਦੂਜਾ ਆਪ ਸੰਜਮ 'ਚ ਰਹਿਣਾ, ਆਪਣੀਆਂ ਇੰਦਰੀਆਂ ਨੂੰ ਕੰਟਰੋਲ 'ਚ ਰੱਖਣਾ ਹੈ। ਸਤਿਗੁਰ ਸੱਚਾ ਹੈ ਬੋਇਥਾ, ਸ਼ਬਦੇ ਭਵਜਲ ਤਰਨ। ਗੁਰੂ ਜਿਹੜਾ ਸਦਾ ਰਹਿਣ ਵਾਲਾ ਜਹਾਜ਼ ਹੈ, ਬਹੁਤ ਜਹਾਜ਼ ਹੈ। ਸ਼ਬਦੇ ਭਵਜਲ ਤਰਨ, ਇਹ ਗੁਰੂ ਦੇ ਸ਼ਬਦ ਰਾਹੀਂ, ਪਰਮਾਤਮਾ ਦੇ ਨਾਮ ਰਾਹੀਂ, ਇਸ ਬਾਣੀ ਦੇ ਰਾਹੀਂ ਮਨੁੱਖ ਇਸ ਭਵ ਸਾਗਰ ਨੂੰ ਤਰ ਜਾਂਦਾ ਹੈ। ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰਲ ਕੇ ਭਵ ਸਾਗਰ ਬਣਦੇ, ਭਵਜਲ ਬਣਦੇ, ਇਹਨਾਂ ਤੋਂ ਮਨੁੱਖ ਤਰ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।